आखिरी सवाल तो बस अपील यही है जी भी सानू हुण परमिशन दे दो, बहुत टाइम हो गया, हुण तो 90 दिन
ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਜਗਰਾਓਂ ਦੇ ਪਿੰਡ ਸੱਤੋਵਾਲ ਦੇ ਵਿੱਚ ਮੌਜੂਦ ਹਾਂ, ਜਿੱਥੇ ਦੀ ਇੱਕ 21 ਸਾਲਾ ਧੀ 2018 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਦੇ ਲਈ ਜਾਂਦੀ ਹੈ, ਪਰ ਪਿਛਲੇ 3 ਮਹੀਨੇ ਪਹਿਲਾਂ ਉਸ ਦੀ ਉੱਥੇ ਅਚਾਨਕ ਮੌਤ ਹੋ ਜਾਂਦੀ ਹੈ। ਉਸ ਨੂੰ ਇੱਕ ਗੰਭੀਰ ਬਿਮਾਰੀ ਦੇ ਚੱਲਦਿਆਂ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ। ਉੱਥੇ ਉਹਦਾ ਇਲਾਜ ਚੱਲਦਾ ਹੈ, ਸਰਜਰੀ ਹੁੰਦੀ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਪਰ ਵੱਡੀ ਗੱਲ ਇਸ ਪੂਰੇ ਮਾਮਲੇ ਦੇ ਵਿੱਚ ਇਹ ਹੈ ਕਿ ਅੱਜ 3 ਮਹੀਨੇ ਤੋਂ ਉਸ ਧੀ ਦੀ ਲਾਸ਼ ਕੈਨੇਡਾ ਦੇ ਵਿੱਚ ਪਈ ਹੈ। ਉਸ ਦਾ ਪਰਿਵਾਰ ਇੱਥੇ ਦਰ ਦੀਆਂ ਠੋਕਰਾਂ ਖਾ ਰਿਹਾ ਆਪਣੀ ਧੀ ਦੇ ਅੰਤਮ ਦਰਸ਼ਨਾਂ ਦੇ ਲਈ, ਆਪਣੀ ਧੀ ਦੀ ਡੈੱਡ ਬੋਡੀ ਨੂੰ ਇੰਡੀਆ ਮੰਗਵਾਉਣ ਦੇ ਲਈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਦੁੱਖ ਦੀ ਘਟਨਾ ਇਹ ਸਾਹਮਣੇ ਆਈ ਹੈ ਕਿ ਉਸ ਧੀ ਦੀ ਡੈੱਡ ਬੋਡੀ ਦੇ ਉੱਤੇ ਕੁਝ ਠੱਗ ਲੋਕਾਂ ਦੇ ਵੱਲੋਂ ਪੈਸੇ ਇਕੱਠੇ ਕੀਤੇ ਜਾ ਰਹੇ ਸੀ ਅਮਰੀਕਾ ਦੇ ਵਿੱਚ। ਵੱਡੀ ਗੱਲ ਹੈ ਵੀ ਧੀ ਕੈਨੇਡਾ ਦੇ ਵਿੱਚ ਪਈ ਹੈ ਉਸ ਦੀ ਲਾਸ਼, ਪਰ ਕੁਝ ਅਜਿਹੇ ਠੱਗ ਲਾਲਚੀ ਪੈਸੇ ਦੇ ਇਨਸਾਨ ਅਮਰੀਕਾ ਦੇ ਵਿੱਚ ਇੱਕ ਫੰਡ ਰੇਜ਼ਰ ਕੰਪੇਨ ਚਲਾਉਂਦੇ ਨੇ। ਉਸ ਕੈਂਪੇਨ ਦੇ ਥਰੂ ਉਸ ਧੀ ਦਾ ਨਾਂ ਵੀ ਬਦਲ ਦਿੱਤਾ ਜਾਂਦਾ ਹੈ, ਉਸ ਦੀ ਡੇਟ ਆਫ ਬਰਥ ਬਦਲ ਦਿੱਤੀ ਜਾਂਦੀ ਹੈ। ਉਸ ਨੂੰ ਕਿਹਾ ਜਾਂਦਾ ਵੀ ਅਮਰੀਕਾ ਦੇ ਵਿੱਚ ਪੜ੍ਹਨ ਆਈ ਸੀ, ਔਰ ਉਸ ਦੇ ਨਾਮ ਦੇ ਉੱਤੇ ਇਹ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪੈਸੇ ਲਏ ਜਾਂਦੇ ਨੇ ਲੋਕਾਂ ਦੇ ਕੋਲੋਂ ਵੀ ਇਸ ਧੀ ਦੀ ਡੈੱਡ ਬੋਡੀ ਨੂੰ ਇੰਡੀਆ ਭੇਜਣਾ, ਇਸ ਕਰਕੇ ਇਸ ਦੀ ਵੱਧ ਤੋਂ ਵੱਧ ਮਦਦ ਕਰੋ। ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਡਾਲਰ ਭੇਜਣੇ ਵੀ ਸ਼ੁਰੂ ਕਰ ਦਿੱਤੇ ਸੀ। ਪਰ ਸਮਾਂ ਰਹਿੰਦਿਆਂ ਇੰਟਰਨੈਟ ਦੇ ਜ਼ਰੀਏ ਇਹ ਖਬਰ ਪਰਿਵਾਰ ਤੱਕ ਪਹੁੰਚੀ। ਇਸ ਪੂਰੇ ਮਾਮਲੇ ਦੇ ਵਿੱਚ ਮੀਡੀਆ ਨੂੰ ਵੀ ਇਹਨਾਂ ਠੱਗਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸਮਾਂ ਰਹਿੰਦਿਆਂ ਇਹ ਖਬਰ ਪਰਿਵਾਰ ਤੱਕ ਪਹੁੰਚੀ ਤਾਂ ਪਰਿਵਾਰ ਦੇ ਵੱਲੋਂ ਸੰਬੰਧਿਤ ਮੀਡੀਆ ਦੇ ਨਾਲ ਇਸ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਇਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਕੁਝ ਐਕਸ਼ਨ ਵੀ ਉਹਨਾਂ ਠੱਗਾਂ ਦੇ ਉੱਤੇ ਲਿਆ ਗਿਆ। ਸਾਡੇ ਨਾਲ ਮ੍ਰਿਤਕ ਸੁਮਨਦੀਪ ਕੌਰ ਦੇ ਪਿਤਾ ਜੀ ਗੁਰਦੀਪ ਸਿੰਘ ਮੌਜੂਦ ਨੇ। ਸਰ, ਇਹ ਬੜੇ ਦੁੱਖ ਦੀ ਗੱਲ ਹੈ, ਤੁਹਾਡੀ ਧੀ 3 ਮਹੀਨੇ ਹੋ ਗਏ, ਉਹਦੀ ਡੈੱਡ ਬੋਡੀ ਉੱਥੇ ਆ, ਤੁਸੀਂ ਇੱਥੋਂ ਕੋਸ਼ਿਸ਼ਾਂ ਕਰ ਰਹੇ ਹੋ, ਬੇਵਸੀ ਦਾ ਆਲਮ ਹੈ, ਪਰ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਉਹ ਠੱਗ, ਉਹ ਲਾਲਚੀ ਲੋਕ ਉਸ ਧੀ ਦੇ ਨਾਮ ਦੇ ਉੱਤੇ ਪੈਸਾ ਇਕੱਠੇ ਕਰਨ ਲੱਗ ਪਏ ਸੀ। ਮੈਂ ਇਹਦੇ ਬਾਰੇ ਜਾਣਾਂਗਾ, ਪਰ ਮੈਂ ਜਾਣਨਾ ਚਾਹੂੰਗਾ ਤੁਹਾਡੀ ਬੇਟੀ ਕਦੋਂ ਕੈਨੇਡਾ ਗਈ ਸੀ ਔਰ ਕਿਹੜੀ ਪੜ੍ਹਾਈ ਕਰਨ ਦੇ ਲਈ ਗਈ ਸੀ, ਉੱਥੇ ਕੀ ਹੋਇਆ ਉਹਨੂੰ? ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰੀ ਬੱਚੀ 2018 ਦੇ ਵਿੱਚ ਕੈਨੇਡਾ ਗਈ ਸੀ, ਮੌਂਟਰੀਅਲ। ਉਹ ਮੈਡੀਕਲ ਸਟੂਡੈਂਟ ਸੀ। ਤੇ ਉਹਦੀ ਉੱਥੇ ਡੈਥ ਹੋ ਗਈ ਪੜ੍ਹਾਈ ਦੇ ਦੌਰਾਨ, ਲਾਸਟ ਸਮੈਸਟਰ ਸੀ ਸਰ ਜੀ। ਤੇ ਹੁਣ 3 ਮਹੀਨੇ ਹੋ ਗਏ ਬੱਚੀ ਦੀ ਡੈੱਡ ਬੋਡੀ ਕੈਨੇਡਾ ਪਈ ਆ। ਅਸੀਂ ਇੰਡੀਆ ਬੈਠੇ ਹਾਂ, ਸਾਨੂੰ ਪਰਮਿਸ਼ਨ ਨਹੀਂ ਮਿਲ ਰਹੀ। ਉੱਧਰੋਂ ਬੱਚੀ ਦੀ ਡੈੱਡ ਬੋਡੀ ਆਉਣ ਦੀ ਪਰਮਿਸ਼ਨ ਨਹੀਂ ਮਿਲ ਰਹੀ, ਕਿਉਂਕਿ ਲੰਗਸ ਪ੍ਰੋਬਲਮ ਸੀ, ਸਰਜਰੀ ਚੱਲੀ ਸੀ 15 ਘੰਟੇ, ਤੇ ਉਹ ਕਹਿੰਦੇ ਬੋਡੀ ਇੰਡੀਆ ਨਹੀਂ ਆ ਸਕਦੀ। ਚਲੋ ਅਸੀਂ ਉੱਥੇ ਤੱਕ ਵੀ ਸੀਮਿਤ ਹਾਂ, ਮਤਲਬ ਬੋਡੀ ਇੰਡੀਆ ਨਹੀਂ ਆ ਸਕਦੀ, ਤਾਂ ਅਸੀਂ ਆਨਲਾਈਨ ਅਪਲਾਈ ਕੀਤਾ ਵੀ ਅਸੀਂ ਆਪਦੀ ਬੱਚੀ ਦਾ ਅੰਤਿਮ ਸੰਸਕਾਰ ਕਰੀਏ ਕੈਨੇਡਾ ਦੇ ਵਿੱਚ, ਤੇ ਸਾਨੂੰ ਅਜੇ ਤੱਕ ਕੋਈ ਪਰਮਿਸ਼ਨ ਨਹੀਂ ਮਿਲੀ। ਬੱਚੀ ਨੂੰ ਹੋਇਆ ਕੀ ਸੀਗਾ? ਤੰਦਰੁਸਤ ਸੀਗੀ ਪਹਿਲਾਂ ਜਦੋਂ ਇੱਥੋਂ ਗਈ ਸੀਗੀ? ਕੀ ਪ੍ਰੋਬਲਮ ਕੀ, ਕਿਵੇਂ ਉਹਦੀ ਮੌਤ ਕਿਵੇਂ ਹੋਈ? ਬੱਚੀ ਪੂਰੀ ਤੰਦਰੁਸਤ ਸੀ ਸਰ ਜੀ ਜਦੋਂ ਇੱਥੋਂ ਗਈ ਆ। ਹੁਣ ਉਹਨਾਂ ਦੇ ਡਾਕਟਰਾਂ ਦੇ ਕਹਿਣ ਮੁਤਾਬਕ ਵੀ 3 ਮਹੀਨੇ ਤੋਂ ਬੱਚੀ ਨੂੰ ਟੀਵੀ ਦੀ ਸ਼ਿਕਾਇਤ ਹੋ ਗਈ ਸੀ। ਹਸਪੀਟਲ ਦਾਖਲ ਰਹੀ, 2 ਮਹੀਨੇ ਪਹਿਲਾਂ ਐਡਮਿਟ ਰਹੀ, ਉਸ ਤੋਂ ਬਾਅਦ ਉਹਦੀ ਡੈਥ ਹੋਈ ਆ। ਲੰਗਸ ਦੀ ਸਰਜਰੀ ਵੀ ਹੋ ਗਈ, ਤੇ ਬਸ ਆਹੀ ਸਾਨੂੰ ਤਾਂ ਡਾਕਟਰਾਂ ਨੇ ਦੱਸਿਆ ਜੀ। ਬਾਕੀ ਹੁਣ ਜਿੰਨਾ ਕੁ ਡਾਕਟਰ ਦੱਸਦੇ ਉਹਨਾਂ ਕੁ ਸਾਨੂੰ ਪਤਾ ਵਾ। ਤੁਹਾਡੇ ਨਾਲ ਗੱਲ ਹੋਈ ਸੀ ਬੇਟੀ ਦੀ ਜਦੋਂ ਬਿਮਾਰ ਹੋਈ? ਕੀ ਉਹਦੇ ਹਾਲਾਤ ਸੀਗੇ ਉਦੋਂ? ਵੀਡੀਓ ਕਾਲ ਵੀ ਆਉਂਦੀ ਹੋਊਗੀ ਉੱਥੋਂ, ਉੱਥੇ ਗੱਲ ਹੋਈ ਸੀ ਤੁਹਾਡੀ? ਕੀ ਦਿੱਕਤ ਕੀ ਆ ਰਹੀ ਸੀ ਉਹਨੂੰ? ਹਾਂਜੀ, ਗੱਲਬਾਤ ਬੱਚੀ ਨਾਲ ਤਕਰੀਬਨ ਹੁੰਦੀ ਸੀ। ਬੱਚੀ ਬਿਲਕੁਲ ਠੀਕ ਸੀ, ਵੀਡੀਓ ਕਾਲ ਵੀ ਕਰਦੀ ਸੀ, ਜਿਵੇਂ ਮਤਲਬ ਕਮਰੇ ਦੇ ਵਿੱਚ ਤੁਰੀ ਫਿਰਦੀ ਆ, ਸਾਰਾ ਕੁਝ ਵਧੀਆ ਗੱਲਾਂ ਕਰਦੀ ਸੀ। ਤੇ ਬਸ ਉਹ ਇਹੀ ਦੱਸ ਰਹੀ ਸੀ ਕਿ ਡੈਡੀ ਮੈਂ ਵੀਕ ਜ਼ਿਆਦਾ ਹੋ ਰਹੀ ਹਾਂ, ਵੀ ਮੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਆ, ਹੋਰ ਕੁਛ ਉਹਦਾ ਦੁਖਦਾ ਨਹੀਂ ਸੀ। ਤੇ ਬਸ ਬਾਅਦ ਵਿੱਚ ਡਾਕਟਰ ਕਹਿੰਦੇ ਵੀ ਇਹਨੂੰ ਟੀਵੀ ਦੀ ਸ਼ਿਕਾਇਤ ਆ, ਤੇ ਇਹਦੀ ਸਰਜਰੀ ਕਰਨੀ ਪਊਗੀ। ਸਰਜਰੀ ਤੱਕ ਵੀ ਸਾਰਾ ਕੁਝ ਹੋ ਗਿਆ, ਕਲੀਅਰ ਹੋ ਗਿਆ। ਉਦੋਂ ਬਾਅਦ ਉਹਨਾਂ ਨੇ ਡੈਥ ਹੋ ਗਈ ਬੱਚੀ ਦੀ। ਤੇ ਅਜੇ ਵੀ ਡੈੱਡ ਬੋਡੀ ਮੌਂਟਰੀਅਲ ਦੇ ਵਿੱਚ ਹੀ ਆ, ਕੈਨੇਡਾ ਦੇ ਵਿੱਚ। ਹੁਣ ਕੁਛ ਠੱਗਾਂ ਨੇ ਸਾਡੀ ਬੱਚੀ ਦੇ ਨਾਂ 'ਤੇ ਪੈਸਾ ਇਕੱਠਾ ਕੀਤਾ ਅਮਰੀਕਾ ਦੇ ਵਿੱਚ, ਜਿਹੜਾ ਕਿ ਬਹੁਤ ਮਾੜਾ। ਸਾਡੇ 'ਤੇ ਵੀ ਉਹ ਚੀਜ਼ ਦਾ ਬੜਾ ਅਸਰ ਪੈਣਾ। ਅਗਲਾ ਕਹੂਗਾ ਪਹਿਲਾਂ ਕੈਨੇਡਾ ਦੇ ਵਿੱਚ ਫੰਡ ਰੇਜ਼ਰ ਕਰ ਰਹੇ ਆ, ਹੁਣ ਅਮਰੀਕਾ ਦੇ ਵਿੱਚ ਕਰ ਰਹੇ ਆ। ਅਸੀਂ ਤਾਂ ਕਿਸੇ ਨੂੰ ਅਮਰੀਕਾ 'ਚ ਜਾਣਦੇ ਵੀ ਨਹੀਂ। ਬਾਕੀ ਮੇਰੀ ਬੱਚੀ ਕੋਲ ਤਾਂ ਅਮਰੀਕਾ ਦਾ ਵੀਜ਼ਾ ਹੀ ਹੈ ਨਹੀਂ ਗਾ। ਉਹ ਅਮਰੀਕਾ ਕਿਵੇਂ ਪੜ੍ਹਨ ਚਲੀ ਗਈ, ਜਿਹਦੀ ਕਿ ਡੈੱਡ ਬੋਡੀ ਵੀ ਉੱਥੇ ਕੈਨੇਡਾ ਦੇ ਵਿੱਚ ਆ, ਤੁਸੀਂ ਜਾਂਚ ਵੀ ਕਰ ਸਕਦੇ ਹੋ। ਅਜੇ ਵੀ ਡੈੱਡ ਬੋਡੀ ਪਈ ਆ।
ਉੱਥੇ ਸੀਗਾ ਕੋਈ ਕੈਨੇਡਾ ਦੇ ਵਿੱਚ ਰਿਲੇਟਿਵ ਜਿਹਨੇ ਅੰਤਿਮ ਉਹਨੂੰ ਮਿਲੀ, ਉਸ ਕੁੜੀ ਨੂੰ ਲਾਸਟ ਵਾਰੀ, ਤੁਹਾਡੀ ਬੇਟੀ ਨੂੰ ਹਸਪੀਟਲ ਲੈ ਕੇ ਗਿਆ ਕੋਈ? ਉਹ ਕਿਸੇ ਨੇ ਦੱਸਿਆ ਉਹਦੇ ਬਾਰੇ ਜਾਣਕਾਰੀ ਮਿਲੀ ਕੋਈ, ਕਿਵੇਂ ਹਸਪੀਟਲ ਫਿਰ ਕਿਵੇਂ ਲੈ ਗਏ? ਕਿਉਂਕਿ ਉੱਥੇ ਤਾਂ ਬੱਚੇ ਫਿਰ ਇਕੱਲੇ ਰਹਿੰਦੇ ਨੇ ਹੈ ਨਾ, ਜਿਵੇਂ ਬੇਸਮੈਂਟਸ ਜਾਂ ਕਿਤੇ ਵੀ ਜਦੋਂ ਆਪਾਂ ਰੈਂਟ 'ਤੇ ਰੂਮ ਲੈਂਦੇ ਹਾਂ ਤਾਂ ਰਹਿੰਦੇ ਨੇ, ਕੋਈ ਦੇਖਭਾਲ ਕਰਨ ਵਾਲਾ ਵੀ ਨਹੀਂ ਹੁੰਦਾ ਇਹਨਾਂ ਬੱਚਿਆਂ ਦੇ ਕੋਲ। ਸਟੂਡੈਂਟਸ ਇੱਥੋਂ ਜਦੋਂ ਜਾਂਦੇ ਨੇ, ਉੱਥੇ ਸੀ ਕੋਈ ਉਸ ਟਾਈਮ ਉਹਦੇ ਕੋਲ ਜਿਹਨੇ ਉਹਨੂੰ ਹਸਪੀਟਲ ਪਹੁੰਚਾਇਆ, ਇਲਾਜ ਕਰਵਾਇਆ, ਫਿਰ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚਾਈ? ਹਾਂਜੀ, ਉਹ ਬੱਚੀ ਸੀਗੀ ਜੀ ਕੋਈ ਇੱਧਰ ਬਠਿੰਡੇ ਏਰੀਏ ਦੀ। ਉਹ ਬੇਟੀ ਨੂੰ ਅਸੀਂ ਫੋਨ ਕੀਤਾ ਸੀ, ਉਹੀ ਬੱਚੀ ਲੈ ਕੇ ਗਈ ਆ। ਉਹਦੇ ਨਾਲ ਤਾਂ ਇੱਕ ਗੁੱਡੀ ਸੁਧਾਰ ਦੀ ਸੀਗੀ, ਪੜ੍ਹਦੀ ਰੈਕੋਰਡ ਕੋਲੇ ਸੁਧਾਰ ਆ, ਅਤੇ ਉਹਦੇ ਨਾਲ ਤਾਂ ਸਾਡਾ ਕੰਟੈਕਟ ਹੋਇਆ ਨਹੀਂ ਗਾ, ਪਹਿਲਾਂ ਵੀ ਕਦੇ ਹੋਇਆ ਨਹੀਂ, ਨਾ ਉਹਨੇ ਕਦੇ ਬਿਮਾਰ ਬਾਰੇ ਸਾਨੂੰ ਦੱਸਿਆ ਸੀ, ਨਾ ਬੱਚਾ ਮੇਰੇ ਹਿਸਾਬ ਨਾਲ ਤਾਂ ਬਿਮਾਰ ਹੈ ਵੀ ਹੈ ਨਹੀਂ ਸੀਗਾ। ਅਤੇ ਮੌਤ ਤੋਂ ਬਾਅਦ ਵੀ ਸਾਡਾ ਕੋਈ ਕੰਟੈਕਟ ਨਹੀਂ ਉਹਦੇ ਨਾਲ ਹੋਇਆ। ਅਤੇ ਬਸ ਉਹ ਗੁੱਡੀ ਜਦੋਂ ਹਸਪੀਟਲ ਲੈ ਕੇ ਗਈ ਆ, ਉਦੋਂ ਉਹਨੇ ਸਾਨੂੰ ਦੱਸਿਆ ਵੀ ਐਂ ਕਰਕੇ ਆ ਅੰਕਲ। ਉਦੋਂ ਬਾਅਦ ਜਿਵੇਂ ਜਿਵੇਂ ਕੋਈ ਹੁੰਦਾ ਵਾ ਸਾਨੂੰ ਦੱਸਦੀ ਰਹੀ ਆ ਉਹ, ਪਰ ਹੁਣ ਸਾਡਾ ਕਿਸੇ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਕਿਉਂਕਿ ਬੱਚੇ ਦੀ ਡੈਥ ਹੋ ਗਈ। ਅਤੇ ਹੁਣ ਤਾਂ ਫਿਰ ਡਾਕਟਰਾਂ ਨੇ ਬੋਡੀ ਸਾਂਭ ਕੇ ਰੱਖੀ ਵੀ ਆ, ਅਸੀਂ ਇੱਧਰ ਦੇਖਦੇ ਹਾਂ, ਉਡੀਕਦੇ ਹਾਂ ਕਦੋਂ ਸਾਨੂੰ ਕੋਈ ਪਰਮਿਸ਼ਨ ਮਿਲਦੀ ਹੈ। ਅਤੇ ਇੱਕ ਉੱਧਰ MP ਨੇ ਜੀ ਸੁਖ ਧਾਲੀਵਾਲ, ਜਿਨ੍ਹਾਂ ਨੇ ਸਾਡੇ ਨਾਲ ਬਕਾਇਦਾ ਖੜ੍ਹੇ ਨੇ ਔਰ ਸਾਨੂੰ ਕਾਲ ਵੀ ਕਰਦੇ ਨੇ, ਵੀਡੀਓ ਕਾਲ ਕਰਕੇ ਵੀ ਸਾਡੇ ਪਰਿਵਾਰ ਦਾ ਹਾਲ ਚਾਲ ਪੁੱਛਦੇ ਨੇ। ਪੂਰਾ ਵਾਹ ਲਾਈ ਵੀ ਉਹਨਾਂ ਦੀ ਪਰਮਿਸ਼ਨ ਦਿਵਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਨੇ। ਅਤੇ ਹੋਰ ਸਾਨੂੰ ਕੋਈ ਕੈਨੇਡਾ ਤੋਂ ਕਾਲ ਨਹੀਂ ਜੀ ਆਉਂਦੀ। ਜਿਵੇਂ ਰਿਲੇਟਿਵ ਨੇ ਦੂਰ ਦੇ, ਹਫ਼ਤੇ ਖੰਡ 10 ਦਿਨ ਬਾਅਦ ਕਰ ਲੈਂਦੇ ਨੇ, ਪੁੱਛ ਲੈਂਦੇ ਨੇ, ਸਾਨੂੰ ਪੁੱਛਦੇ ਨੇ, ਪਰ ਸਾਨੂੰ ਹੁਣ ਕੋਈ ਪਤਾ ਹੀ ਨਹੀਂ ਲੱਗ ਰਿਹਾ ਉੱਥੇ ਕੀ ਹੈ ਕੀ ਨਹੀਂ ਹੈ। ਬਸ ਅਸੀਂ ਤਾਂ ਉਡੀਕ ਦੇ ਵਿੱਚ ਹੀ ਹਾਂ ਜੀ। ਕੈਂਪੇਨ ਦੀ ਤੁਸੀਂ ਗੱਲ ਕਰਦੇ ਹੋ, ਪੈਸੇ ਇਕੱਠੇ ਕਰਨ ਦੇ ਲਈ, ਉਹਦੀ ਡੈੱਡ ਬੋਡੀ ਇੰਡੀਆ ਭੇਜਣ ਦੇ ਲਈ, ਅਮਰੀਕਾ ਦੇ ਵਿੱਚ ਉਹਨਾਂ ਦੇ ਬਾਰੇ ਫਿਰ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਉੱਥੇ ਫਰਾਡ ਹੋ ਰਿਹਾ ਸਾਡੀ ਬੇਟੀ ਦੇ ਨਾਂ ਦੇ ਉੱਤੇ? ਉਹ ਕਿਵੇਂ ਤੁਹਾਡੇ ਤੱਕ ਜਾਣਕਾਰੀ ਪਹੁੰਚੀ? ਉਹ ਸਰ ਕੈਨੇਡਾ ਦੇ ਵਿੱਚੋਂ ਸਾਡੇ ਇੱਥੇ ਪਿੰਡ ਦੀ ਗੁੱਡੀ ਆ, ਉਹਨੂੰ ਕਿਸੇ ਨੇ ਕਾਲ ਕੀਤਾ ਵੀ ਆਪਣੀ ਬੇਟੀ ਦਾ ਤਾਂ ਅਮਰੀਕਾ ਦੇ ਵਿੱਚ ਵੀ ਪੈਸੇ ਇਕੱਠੇ ਹੋ ਰਹੇ ਨੇ। ਤਾਂ ਉਹਨੇ ਲਿੰਕ ਸਾਨੂੰ ਭੇਜਿਆ, ਤਾਂ ਅਸੀਂ ਉਦੋਂ ਹੀ ਦੇਖ ਕੇ ਹਮਦਰਦ TV ਨਾਲ ਕੰਟੈਕਟ ਕੀਤਾ, ਉਹਨਾਂ ਨੂੰ ਜਾਣੂ ਕਰਵਾਇਆ ਵੀ ਐਂ ਕਰਕੇ ਵੀ ਭਰਾ ਜੀ ਸਾਡਾ ਤਾਂ ਅਮਰੀਕਾ ਦੇ ਵਿੱਚ ਕੋਈ ਨਹੀਂ ਹੈਗਾ, ਅਸੀਂ ਤਾਂ ਪੈਸਾ ਨਹੀਂ ਇਕੱਠਾ ਕਰਦੇ, ਵੀ ਬਾਕੀ ਇਹ ਬੱਚੀ ਮੇਰੀ ਆ ਪਰ ਇਹਦਾ ਨਾਮ ਬਦਲਿਆ ਗਿਆ ਵਾ, ਇਹਦੀ ਮੌਤ ਦਾ ਟਾਈਮ ਬਦਲਿਆ ਗਿਆ ਵਾ, ਬਾਕੀ ਸਾਰਾ ਕੁਝ ਸਾਡਾ ਹੀ ਆ। ਤਾਂ ਉਹਨਾਂ ਨੇ ਫਿਰ ਸਾਡੇ ਕਹਿਣ 'ਤੇ ਉਹ ਖਬਰ ਬੰਦ ਕਰਤੀ। ਬੰਦ ਕਰਕੇ ਫਿਰ ਉਹਨਾਂ ਨੇ ਆਪਦੇ ਲੈਵਲ 'ਤੇ ਉਹਦੀ ਖੋਜ ਕੀਤੀ। ਜਦੋਂ ਖੋਜ ਕੀਤੀ ਤਾਂ ਉਹਨਾਂ ਨੇ ਇਹ ਸਹੀ ਪਾਇਆ ਕਿ ਫਰਾਡ ਸੀ, ਵੀ ਬੜੇ ਟਾਈਮ 'ਤੇ ਪਤਾ ਲੱਗ ਗਿਆ। ਉਹਨਾਂ ਨੇ $1 ਲੱਖ ਦਾ ਸਕੋਰ ਸੀਗਾ ਜੀ ਉਹਨਾਂ ਦਾ, ਜਿਹਦੇ ਵਿੱਚੋਂ $1200-1500 ਉਹਨਾਂ ਨੂੰ ਕੁਛ ਘੰਟਿਆਂ 'ਚ ਹੋ ਵੀ ਗਏ ਸੀ। ਉਦੋਂ ਬਾਅਦ ਉਹਨਾਂ ਨੇ ਬੰਦ ਕਰਤਾ। ਫਿਰ ਸਾਡੇ ਰਿਸ਼ਤੇਦਾਰਾਂ ਨੇ ਉੱਧਰ ਕੰਪਲੇਂਟ ਕੀਤੀ ਵੀ ਆ ਹੁਣ, ਅਤੇ ਅੱਗੇ ਚੈਨਲ ਵਾਲੇ ਵੀ ਸਾਡੀ ਬੜੀ ਮਦਦ ਕਰ ਰਹੇ ਨੇ। ਅਮਰੀਕਾ ਤੋਂ ਫੋਨ ਕਾਲਸ ਆ ਰਹੇ ਨੇ, ਸਾਨੂੰ ਪੁੱਛ ਰਹੇ ਨੇ ਕੀ ਬਣਿਆ ਕਿਵੇਂ ਬਣਿਆ। ਬਸ ਹੁਣ ਰੱਬ ਆਸਰੇ ਬੈਠੇ ਹਾਂ ਜੀ ਅਸੀਂ। ਪਤਾ ਲੱਗਾ ਉਹ ਬੰਦੇ ਕੌਣ ਸੀਗੇ ਜਿਹੜੇ ਫਰਾਡੀ ਕਰ ਰਹੇ ਸੀਗੇ, ਉੱਥੇ ਪੈਸੇ ਇਕੱਠੇ ਕਰ ਰਹੇ ਸੀਗੇ ਅਮਰੀਕਾ ਦੇ ਵਿੱਚ? ਉਹਨਾਂ ਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਅਜੇ ਤੱਕ? ਨਹੀਂ ਜੀ, ਹਜੇ ਤੱਕ ਕੋਈ ਜਾਣਕਾਰੀ ਨਹੀਂ ਪਹੁੰਚੀ। ਜਿਵੇਂ ਵੀ ਉਹ ਕਹਿੰਦੇ ਕੁਛ ਸਾਨੂੰ ਪਤਾ ਲੱਗੂਗਾ ਅਸੀਂ ਦੱਸਾਂਗੇ, ਪਰ ਹੁਣ ਫੋਰਨ ਮੁਲਕ ਆ ਜੀ, ਉਹਨਾਂ ਨੇ ਤਾਂ ਕੱਢ ਹੀ ਲੈਣੇ ਨੇ। ਅਤੇ ਪਰ ਬੜਾ ਹੀ ਮਾੜਾ ਕੰਮ ਆ ਕਿਸੇ ਦੇ ਭਾਵਨਾਵਾਂ ਨਾਲ ਖੇਡਣਾ। ਦੇਖੋ ਕਿੱਡੀ ਸ਼ਰਮਨਾਕ ਘਟਨਾ ਹੈ, ਇਨਸਾਨੀਅਤ ਪੂਰੀ ਤਰ੍ਹਾਂ ਮਰ ਚੁੱਕੀ ਹੈ। ਇੱਕ ਪਿਤਾ ਆਪਣੀ ਧੀ ਦੀ ਲਾਸ਼ ਮੰਗਵਾਉਣ ਦੇ ਲਈ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਕੋਈ ਦਫ਼ਤਰ, ਸਰਕਾਰਾਂ, ਦਰਬਾਰਾ ਨਹੀਂ ਛੱਡਿਆ ਜਿੱਥੇ ਜਾ ਕੇ ਤਰਲੇ ਮਿੰਨਤਾਂ ਨਹੀਂ ਕੀਤੀਆਂ। ਦਿੱਲੀ ਅੰਬੈਸੀ ਕੈਨੇਡਾ ਦੀ ਵਿੱਚ ਹਾਈ ਕਮਿਸ਼ਨ ਤੱਕ ਪਤਾ ਨਹੀਂ ਕਿੰਨੀ ਵਾਰ ਪਹੁੰਚ ਕਰ ਲਈ ਹੈ, ਪਰ ਇਹ ਠੱਗ ਲੋਕ, ਇਹ ਚੋਰ ਲੋਕ ਮੈਂ ਕਹੂੰਗਾ, ਜਿਹੜੇ ਅਮਰੀਕਾ ਦੇ ਵਿੱਚ ਇਸ ਪਰਿਵਾਰ ਦੀ ਮਦਦ ਕਰਨ ਦੀ ਬਜਾਏ, ਉਸ ਧੀ ਦੀ ਲਾਸ਼ ਇੰਡੀਆ ਪਹੁੰਚਾਉਣ ਦੀ ਬਜਾਏ ਉਸ ਦੇ ਲਾਸ਼ ਦੇ ਉੱਤੋਂ ਕਮਾਈ ਕਰ ਰਹੇ ਨੇ। ਕਿੱਡੀ ਦੁੱਖ ਵਾਲੀ ਘਟਨਾ ਹੈ। ਮੈਨੂੰ ਲੱਗਦਾ ਜਿਸ ਇਨਸਾਨ ਦੇ ਵੱਲੋਂ ਵੀ ਇਹ ਕੀਤਾ ਗਿਆ, ਜੇਕਰ ਉਹ ਵੀਡੀਓ ਦੇਖ ਰਿਹਾ ਤਾਂ ਉਹਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਜੇ ਕੁਝ ਕਰਨ ਆਇਆ ਸੀ ਤਾਂ ਚੰਗਾ ਕਰਨਾ ਸੀ। ਇੱਕ ਧੀ ਦੀ ਲਾਸ਼ ਦੇ ਉੱਤੇ ਤੂੰ ਪੈਸੇ ਕਮਾ ਰਿਹਾ ਹੈ, ਔਰ ਵੱਡੀ ਗੱਲ ਤੂੰ ਮੀਡੀਆ ਨੂੰ ਗੁੰਮਰਾਹ ਕਰ ਰਿਹਾ ਹੈ। ਮੀਡੀਆ ਦਾ ਸਹਾਰਾ ਲੈ ਕੇ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਕਰ ਰਿਹਾ, ਮੀਡੀਆ ਨੂੰ ਗਲਤ ਇਨਫੋਰਮੇਸ਼ਨ ਮੀਡੀਆ ਤੱਕ ਪਹੁੰਚਾ ਰਿਹਾ, ਔਰ ਸਿਰਫ ਇੱਕ ਪੈਸੇ ਦੇ ਲਈ। ਇੱਧਰ ਪਰਿਵਾਰ ਵਿਲਕ ਰਿਹਾ ਹੈ, ਮਾਵਾਂ, ਧੀਆਂ, ਪੁੱਤ, ਦਾਦੀ ਸਾਰੇ ਵਿਲਕ ਰਹੇ ਨੇ ਵੀ ਉਹਨਾਂ ਦੀ ਧੀ ਦੀ ਲਾਸ਼ ਇੰਡੀਆ ਪਹੁੰਚ ਸਕੇ, ਉਹਦੇ ਅੰਤਿਮ ਰੀਤੀ ਰਿਵਾਜਾਂ ਦੇ ਨਾਲ, ਅੰਤਿਮ ਰਸਮਾਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕਰ ਸਕਣ। ਪਰ ਤੁਸੀਂ ਜਿਹੜੇ ਚੋਰ ਲੋਕ ਕੈਂਪੇਨਾਂ ਚਲਾਉਂਦੇ ਹੋ ਠੱਗੀ ਮਾਰਨ ਦੇ ਲਈ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਪਰਿਵਾਰ ਦਾ ਦੁੱਖ ਦੇਖ ਕੇ। ਜੇ ਥੋੜ੍ਹੀ ਬਹੁਤ ਵੀ ਇਨਸਾਨੀਅਤ ਹੈ ਤਾਂ ਇਹਨਾਂ ਪਰਿਵਾਰ ਦੇ ਨਾਲ ਸੰਪਰਕ ਕਰੋ, ਮਦਦ ਕਰੋ ਇਹਨਾਂ ਦੀ। ਜੇ ਕੋਈ ਤੁਸੀਂ ਕਰ ਸਕਦੇ ਹੋ ਮਦਦ ਕਰੋ, ਕੋਈ ਕਾਨੂੰਨੀ ਦਾਅ ਪੇਚ ਇਹਨਾਂ ਦੇ ਨਾਲ ਕੋਈ
ਸਹਾਰਾ ਇਹਨਾਂ ਦਾ ਬਣ ਸਕਦੇ ਹੋ ਕੈਨੇਡਾ ਦੇ ਵਿੱਚੋਂ ਇਹਨਾਂ ਦੀ ਧੀ ਦੀ ਲਾਸ਼ ਇੰਡੀਆ ਮੰਗਵਾਉਣ ਦੇ ਲਈ। ਸਰ ਬੇਟੀ ਇੱਥੋਂ ਕੀ ਪੜ੍ਹਾਈ ਕਰਕੇ ਗਈ ਸੀ, ਅੱਗੇ ਕੀ ਪੜ੍ਹਾਈ ਕਰਦੀ ਸੀ? ਮੈਡੀਕਲ ਦੀ ਪੜ੍ਹਾਈ ਕੀਤੀ ਸਰ ਇੱਥੋਂ। ਅੱਗੇ ਫੂਡ ਐਂਡ ਚਾਈਲਡ ਰਿਲੇਸ਼ਨ ਦਾ ਉਹਦਾ ਕੋਰਸ ਸੀਗਾ, ਜਿਹੜਾ ਕਿ ਹੁਣ ਲਾਸਟ ਸਮੈਸਟਰ ਸੀ, ਪੜ੍ਹਾਈ ਵੀ ਪੂਰੀ ਹੋ ਗਈ ਸੀ। ਬਸ ਵਰਕ ਪਰਮਿਟ ਹੋਣ ਵਾਲੀ ਸੀ ਬੱਚੀ, ਵਰਕ ਪਰਮਿਟ 'ਤੇ ਹੋ ਕੇ ਆਉਣਾ ਸੀ ਉਹਨੇ ਇੰਡੀਆ। ਅਤੇ ਬਸ ਇੱਦੋਂ ਇਹ ਜਿਹੜੇ 2 ਸਾਲ ਉੱਥੇ ਰਹੇ ਨੇ, ਉਹ ਜਦੋਂ ਵੀਜ਼ਾ ਲੱਗਾ ਉੱਥੇ ਗਏ, ਉਸ ਤੋਂ ਬਾਅਦ ਉਹਨਾਂ ਨੇ ਇੰਡੀਆ ਵਿਜ਼ਿਟ ਕੀਤੀ, ਤੁਹਾਡੇ ਕੋਲ ਮਿਲਣ ਆਏ ਕਦੀ ਜਾਂ ਛੁੱਟੀ ਨਹੀਂ ਆਏ ਸੀਗੇ? ਨਹੀਂ ਜੀ, ਉਦੋਂ ਬਾਅਦ ਇੰਡੀਆ ਨਹੀਂ ਆਈ ਬੱਚੀ, ਛੁੱਟੀ ਨਹੀਂ ਆਈ, ਉੱਥੇ ਹੀ ਰਹੀ ਆ ਉਹ। ਕਿਉਂਕਿ ਛੁੱਟੀਆਂ ਥੋੜ੍ਹੀਆਂ ਸੀ, 17-18 ਸੀ, ਆਉਣ ਨੂੰ ਕਹਿੰਦੀ ਸੀ ਪਹਿਲਾਂ। ਫਿਰ ਆਪ ਹੀ ਕਹਿੰਦੀ ਵੀ ਡੈਡੀ ਨਹੀਂ, ਛੁੱਟੀ ਬਹੁਤ ਥੋੜ੍ਹੀ ਆ, ਵੀ ਮੈਂ ਵਰਕ ਪਰਮਿਟ 'ਤੇ ਹੋ ਕੇ ਹੀ ਆਊਂਗੀ। ਆਹ ਤਾਂ ਪਤਾ ਹੀ ਨਹੀਂ ਸੀਗਾ ਵੀ ਆਉਣਾ ਹੀ ਨਹੀਂ। ਜਿਵੇਂ ਹੁਣ 3 ਮਹੀਨੇ ਤੋਂ ਡੈੱਡ ਬੋਡੀ ਉੱਥੇ ਪਈ ਹੈ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਉੱਥੇ ਜਾਣ ਦੀ, ਕਿੱਥੇ ਕਿੱਥੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ, ਔਰ ਕੀ ਹੁਣ ਸਟੇਟਸ ਕੀ ਹੈ? ਉੱਧਰੋਂ ਡੈੱਡ ਬੋਡੀ ਆਉਣ ਦਾ ਸਟੇਟਸ ਕੀ ਹੈ, ਇੱਧਰੋਂ ਤੁਹਾਡੇ ਜਾਣ ਦਾ? ਜੇ ਮੰਨ ਲਓ ਡੈੱਡ ਬੋਡੀ ਨਹੀਂ ਆਉਂਦੀ, ਤੁਹਾਡੇ ਜਾਣ ਦਾ ਸਟੇਟਸ ਕੀ ਹੈ? ਸਰ ਜੀ, ਮੈਂ ਪਹਿਲਾਂ ਹਾਈ ਕਮਿਸ਼ਨਰ ਦਿੱਲੀ ਗਏ, ਉੱਥੇ ਤੱਕ ਰਾਬਤਾ ਮੇਲਾਂ ਪਾਈਆਂ, ਫਿਰ ਅਸੀਂ ਖੁਦ ਵੀ ਵਿਜ਼ਿਟ ਕੀਤਾ, ਪਰ ਸਾਨੂੰ ਨਹੀਂ ਮਿਲਿਆ ਕੋਈ ਉੱਥੇ। ਫਿਰ ਅਸੀਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਬਹੁਤ ਹੀ ਮਿਲਣ ਦੀ ਕੋਸ਼ਿਸ਼ ਕੀਤੀ, ਮੇਲਾਂ ਬਹੁਤ ਪਾਈਆਂ, ਨਹੀਂ। ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਨੂੰ ਵੀ ਅਸੀਂ ਗੁਜ਼ਾਰਿਸ਼ਾਂ ਕੀਤੀਆਂ, ਉਹਨਾਂ ਨੇ ਮੇਲ ਦਾ ਜਵਾਬ ਦਿੱਤਾ। ਉਹਨਾਂ ਨੇ ਕਿਸੇ ਮਤਲਬ ਕਿ ਮੰਤਰੀ ਦੀ ਡਿਊਟੀ ਲਾਈ ਚੰਡੀਗੜ੍ਹ, ਜਿਨ੍ਹਾਂ ਨੇ ਸਾਨੂੰ ਵਿਜ਼ਿਟ ਬੁਲਾਇਆ ਵੀ, ਸਾਡੀ ਮਤਲਬ ਗੱਲਬਾਤ ਸੁਣੀ, ਪਰ ਉਹ ਵੀ ਮਤਲਬ ਕੋਈ ਸਿੱਟਾ ਨਹੀਂ ਨਿਕਲਿਆ, ਕਿਉਂਕਿ ਸਾਨੂੰ ਮਿਲਿਆ ਤਾਂ ਕੁਛ ਨਹੀਂ, 3 ਮਹੀਨੇ ਤੋਂ ਭੱਜੇ ਫਿਰਦੇ ਹਾਂ। ਫਿਰ ਜੀ ਸਾਨੂੰ ਜਗਰਾਓਂ ਤੋਂ ਨੇ ਇੱਕ ਆਪਣੇ ਗੁਰਚਰਨ ਸਿੰਘ ਜੀ ਗਰੇਵਾਲ, SGPC ਦੇ ਮੈਂਬਰ ਨੇ ਉਹਨਾਂ ਨੇ ਸਾਨੂੰ ਮਿਲੇ, ਸਾਡੀ ਉਹਨਾਂ ਨੇ ਆਵਾਜ਼ ਉਠਾਈ, ਆਵਾਜ਼ ਉਠਾ ਕੇ ਫਿਰ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਸੁਖ ਧਾਲੀਵਾਲ ਜੀ ਉੱਠੇ। ਅਤੇ ਹੁਣ ਸਾਡਾ ਮਤਲਬ ਉਮੀਦ ਹੈ ਕਿ ਸਾਨੂੰ ਬਹੁਤ ਛੇਤੀ ਸਾਨੂੰ ਮਤਲਬ ਕਿ ਉਹ ਕੈਨੇਡਾ ਸਰਕਾਰ ਬੁਲਾ ਲੂਗੀ, ਪਰਮਿਸ਼ਨ ਦੇ ਦੂਗੀ, ਤਾਂ ਅਸੀਂ ਬੱਚੀ ਦਾ ਅੰਤਿਮ ਸੰਸਕਾਰ ਕਰ ਲਾਂਗੇ। ਕਿਉਂਕਿ ਡਾਕਟਰਾਂ ਦੇ ਮੁਤਾਬਕ ਬੋਡੀ ਤਾਂ ਇੰਡੀਆ ਆ ਨਹੀਂ ਸਕਦੀ। ਹੁਣ ਤਾਂ ਫਿਰ ਸਾਡਾ ਹੀ ਪਰਮਿਸ਼ਨ ਆ ਜੀ, ਕਦੋਂ ਮਿਲਦੀ ਆ ਇਹ ਹੁਣ ਗੌਰਮੈਂਟਾਂ ਦੇ ਹੱਥ ਆ। ਪਰ ਹਰ ਰੋਜ਼ ਉਡੀਕਦੇ ਹਾਂ ਅਸੀਂ, ਹਰ ਰੋਜ਼ ਬੰਦੇ ਜਾ ਵੀ ਰਹੇ ਨੇ, ਸਟੂਡੈਂਟ ਵੀ ਜਾ ਰਹੇ ਨੇ। ਪਤਾ ਨਹੀਂ ਕੀ ਗੱਲ ਆ, ਜਿਨ੍ਹਾਂ ਦੀਆਂ ਡੈਥ ਹੋਈਆਂ ਨੇ ਉਹਨਾਂ ਨੂੰ ਹਲੇ ਕੋਈ ਇਹਨਾਂ ਨੇ ਪੁੱਛਿਆ ਨਹੀਂ ਵੀ ਇਹਨਾਂ ਦੇ ਬੱਚੇ ਪਏ ਨੇ। ਹੁਣ ਸਾਡੇ ਬੱਚਿਆਂ ਤੋਂ ਵੀ ਤਾਂ ਗੌਰਮੈਂਟਾਂ ਨੇ ਕਮਾਈਆਂ ਕੀਤੀਆਂ ਨੇ, ਹੁਣ ਉਹ ਅੱਜ ਡੈਥ ਹੋ ਗਈ ਤਾਂ ਫਿਰ ਸਾਨੂੰ ਅੰਤਿਮ ਸੰਸਕਾਰ ਤਾਂ ਕਰਨ ਦਾ ਮੌਕਾ ਦਿਓ ਨਾ। ਅਸੀਂ ਇਹੀ ਸਰਕਾਰ ਵੱਲੋਂ ਬਸ ਗੁਜ਼ਾਰਿਸ਼ ਕਰਦੇ ਹਾਂ ਵੀ ਹੁਣ ਤਾਂ ਸਾਡੀ ਸੁਣ ਲਓ। ਹੁਣ ਤਾਂ 90 ਦਿਨ ਵੀ ਹੋ ਗਏ, ਬਹੁਤ ਟਾਈਮ ਹੋ ਗਿਆ। ਜਿਹੜੇ ਉੱਥੋਂ ਕੈਨੇਡੀਅਨ MP ਨੇ ਸੁਖ ਧਾਲੀਵਾਲ, ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਕੀ ਕਹਿੰਦੇ ਨੇ, ਕੀ ਗੱਲਬਾਤ ਹੁੰਦੀ ਹੈ ਉਹਨਾਂ ਦੇ ਨਾਲ? ਉਹਨਾਂ ਦੇ ਵੱਲੋਂ ਕਿੱਦਾਂ ਦਾ ਭਰੋਸਾ ਦਿੱਤਾ ਜਾਂਦਾ ਹੈ, ਜਾਂ ਟੈਕਨੀਕਲੀ ਤੁਹਾਨੂੰ ਕੀ ਰੀਜ਼ਨ ਦੱਸਿਆ ਜਾ ਰਿਹਾ ਅਜੇ ਤੱਕ ਸਾਰਾ ਲੇਟ ਹੋਣ ਦਾ? ਸਰ ਜੀ, ਟੈਕਨੀਕਲ ਤਾਂ ਕੋਵਿਡ ਦਾ ਦੱਸਿਆ ਜਾ ਰਿਹਾ ਵੀ ਕੋਵਿਡ ਦੇ ਕਾਰਨ ਲੇਟ ਹੋ ਰਿਹਾ, ਕਿਉਂਕਿ ਬਾਇਓਮੈਟ੍ਰਿਕ ਨਹੀਂ ਹੋ ਰਹੀ। ਪਰ ਉਹਨਾਂ ਵੱਲੋਂ ਸਾਡੇ ਨਾਲ ਬਕਾਇਦਾ ਰਾਬਤਾ ਬਣਿਆ ਵਾ, ਉਹ ਸਾਨੂੰ ਦੱਸ ਰਹੇ ਨੇ ਵੀ ਬਸ ਥੋੜ੍ਹੇ ਟਾਈਮ 'ਚ ਹੋ ਜਾਊਗਾ। ਉਹਨਾਂ ਨੇ ਆਪਦੀ ਮਤਲਬ ਲੈਟਰ ਵੀ ਲਾਈ ਆ ਨਾਲ, ਅਥਾਰਟੀ ਲੈਟਰ ਵੀ ਲਾਈ ਆ ਨਾਲ। ਉਹਨਾਂ ਨੇ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਵੀ ਇਸ ਪਰਿਵਾਰ ਦੇ ਹੱਥੋਂ ਮੈਂ ਅੰਤਿਮ ਸੰਸਕਾਰ ਕਰਵਾ ਸਕਾਂ। ਉਹ ਇਹ ਗੱਲ ਕਹਿੰਦੇ ਨੇ ਕਿ ਵੀ ਮੈਂ ਕਮ ਸੇ ਕਮ ਹੋਰ ਨਹੀਂ ਕੁਛ ਕਰ ਸਕਦਾ, ਤੁਹਾਡੇ ਹੱਥੋਂ ਅੰਤਿਮ ਸੰਸਕਾਰ ਤਾਂ ਕਰਵਾਵਾਂ। ਬਸ ਉਹਨਾਂ ਦੀ ਆਸ ਉਮੀਦ 'ਤੇ ਬੈਠੇ ਹਾਂ ਜੀ। ਹੁਣ ਗੌਰਮੈਂਟਾਂ ਕਦੋਂ ਸਾਨੂੰ ਕੁਛ ਦਿੰਦੀਆਂ ਨੇ, ਇਹ ਤਾਂ ਹੁਣ ਗੌਰਮੈਂਟਾਂ ਨੇ ਦੇਣਾ। ਉਹਨਾਂ ਨੇ ਵੀ ਤਾਂ ਆਪਦੀ ਪਾਵਰ ਤੋਂ ਵੱਧ ਕੇ ਸਾਡੀ ਮਦਦ ਕੀਤੀ ਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਡੀ ਪਲੀਜ਼ ਇਸੇ ਤਰ੍ਹਾਂ ਹੈਲਪ ਕਰੋ। ਗੁਰਦੀਪ ਸਿੰਘ ਜੀ, ਕੰਮ ਕਰ ਕੀ ਕਰਦੇ ਹੋ ਤੁਸੀਂ? ਕੀ ਤੁਹਾਡਾ ਕਿੱਤਾ ਕੀ ਹੈ? ਅਸੀਂ ਖੇਤੀਬਾੜੀ ਕਰਦੇ ਹਾਂ ਜੀ। ਕਿੰਨੀ ਜ਼ਮੀਨ? ਮੇਰੇ ਕੋਲ 6 ਕਿੱਲੇ ਆਈ ਜ਼ਮੀਨ ਦੇ, 6 ਕਿੱਲਿਆਂ ਦੀ ਖੇਤੀ ਕਰਦਾ ਜੀ ਮੈਂ, ਘਰ ਦੀ। ਜਦੋਂ ਸੁਮਨਦੀਪ ਨੂੰ ਭੇਜਿਆ ਸੀ, ਕਿੰਨੇ ਕੁ ਪੈਸੇ ਲਗਾ ਕੇ ਭੇਜਿਆ ਸੀਗਾ? ਕੀ ਉਹਦੀ ਮਤਲਬ ਰੀਝ ਸੀਗੀ ਬਾਹਰ ਕੈਨੇਡਾ ਜਾ ਕੇ ਪੜ੍ਹਨ ਦੀ, ਜਾਂ ਕੀ ਸੋਚ ਕੀ ਸੀਗੀ ਉਦੋਂ? ਸੁਭਾਵਿਕ ਤੌਰ ਦੇ ਉੱਤੇ ਇੱਕ ਬੱਚਾ ਆਪਣੇ ਪਿਤਾ ਨੂੰ ਦੱਸਦਾ ਵੀ ਮੇਰਾ ਇਹ ਪਲਾਨ ਹੈਗਾ ਜ਼ਿੰਦਗੀ ਦਾ, ਮੈਂ ਇੱਦਾਂ ਜੇ ਕੈਨੇਡਾ ਜਾਊਂਗੀ ਤਾਂ ਤੁਹਾਡਾ ਸਾਥ ਦਊਂਗੀ। ਕੀ ਉਦੋਂ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਸੁਮਨਦੀਪ ਨੂੰ, ਔਰ ਕੀ ਉਹਦੇ ਸੋਚ ਕੀ ਸੀਗੀ ਉਦੋਂ? ਉਹਦੀ ਸੋਚ ਤਾਂ ਬਹੁਤ ਉੱਚੀ ਸੀ ਜੀ, ਕਿਉਂਕਿ ਉਹ ਸੁਧਾਰ ਸਕੂਲ ਦੇ ਵਿੱਚ ਪੜ੍ਹੀ ਸੀ, CBSE ਬੋਰਡ ਹੀ ਪੜ੍ਹੀ ਆ ਪਹਿਲਾਂ ਤੋਂ ਹੀ। ਉਹਨੇ ਆਈਲੈਟਸ ਕਰਨ ਤੋਂ ਪਹਿਲਾਂ ਕਹਿੰਦੀ ਸੀ ਵੀ ਡੈਡੀ ਮੈਂ ਆਈਲੈਟਸ ਕਰਕੇ ਦੇਖ ਲਾਂ, ਜੇ ਮੇਰੇ ਬੈਂਡ ਆ ਗਏ ਤਾਂ ਫਿਰ ਤੂੰ ਮੈਨੂੰ ਕੈਨੇਡਾ ਤੋਰ ਦੀ, ਆਪਣੇ ਦੂਜੇ ਬੱਚੇ ਬਾਹਰ ਜਾ ਵੜਨਗੇ, ਆਪਾਂ ਸੈੱਟ ਹੋ ਜਾਵਾਂਗੇ। ਤਾਂ ਉਹਨੂੰ ਸਕੋਰ ਵੀ ਆ ਗਏ, ਤਾਂ ਫਿਰ ਅਸੀਂ ਉਸ ਬੱਚੀ ਨੂੰ ਕੈਨੇਡਾ ਤੋਰਿਆ।
ਜਦੋਂ ਕੈਨੇਡਾ ਤੋਰਿਆ ਤਾਂ ਵਧੀਆ ਚੱਲ ਰਹੀ ਸੀ ਉਹਦੀ ਪੜ੍ਹਾਈ ਵੀ, ਸਟੱਡੀ ਵਧੀਆ, ਸਾਰਾ ਕੁਝ ਚੱਲ ਰਿਹਾ ਸੀ। ਬਸ ਮਾਲਕ ਨੂੰ ਇਹ ਮਨਜ਼ੂਰ ਸੀ ਵੀ ਜਦੋਂ ਐਨ ਉਹਨੇ ਤੰਗੀਆਂ ਸਾਰੀਆਂ ਕੱਟ ਲਈਆਂ ਜੋ ਸਟੂਡੈਂਟ ਨੇ ਕੱਟਣੀਆਂ ਹੁੰਦੀਆਂ ਨੇ, ਤਾਂ ਜਦੋਂ ਹੁਣ ਉਹਨੂੰ ਸੁੱਖ ਦਾ ਟਾਈਮ ਸੀ, ਬਸ ਉਦੋਂ ਦਾਤੇ ਨੇ ਬੁਲਾ ਲਿਆ ਉਹਨੂੰ। ਕਦੀ ਉਹਨੇ ਜ਼ਿਕਰ ਕੀਤਾ ਸੀ ਆਪਣੇ, ਜੇ ਲੰਗਸ ਦੀ ਤੁਸੀਂ ਗੱਲ ਕਰ ਰਹੇ ਹੋ, ਲੰਗਸ ਦੀ ਪ੍ਰੋਬਲਮ ਆ ਗਈ ਸੀ, ਕਦੀ ਜ਼ਿਕਰ ਕੀਤਾ ਸੀ ਵੀ ਮੈਨੂੰ ਵੀ ਪਾਪਾ ਮੈਨੂੰ ਇਦਾਂ ਦੀ ਪ੍ਰੋਬਲਮ ਆ ਰਹੀ ਹੈ, ਜਾਂ ਲਾਸਟ ਟਾਈਮ ਹੀ ਆ ਕੇ ਦੱਸਿਆ ਮੈਨੂੰ ਵੀਕਨੈਸ ਹੋ ਰਹੀ ਹੈ? ਨਹੀਂ ਜੀ, ਉਹਨੇ ਕਦੇ ਇਹ ਪ੍ਰੋਬਲਮ ਬਾਰੇ ਨਹੀਂ ਸਾਨੂੰ ਦੱਸਿਆ ਵੀ ਮੈਨੂੰ ਆਹ ਪ੍ਰੋਬਲਮ ਆ। ਅਤੇ ਬਸ ਲਾਸਟ ਟਾਈਮ ਵੀ ਉਹ ਅਸੀਂ ਵੀਕਨੈਸ ਦੇਖ ਕੇ ਉਹਨੂੰ ਮਤਲਬ ਮੈਡੀਕਲ ਲਈ ਤੋਰਿਆ ਵੀ ਦਵਾਈ ਲੈ ਪੁੱਤ, ਵੀਕਨੈਸ ਦੇ ਤੋਰਿਆ। ਉਹਨੂੰ ਸਾਨੂੰ ਕੋਈ ਪਤਾ ਨਹੀਂ ਸੀ, ਉਹ ਤਾਂ ਗਾਂ ਡਾਕਟਰਾਂ ਨੇ ਹੁਣ ਦੱਸਿਆ ਵੀ ਐਂ ਕਰਕੇ ਇਹ ਪ੍ਰੋਬਲਮ ਹੋ ਗਈ, ਐਂ ਹੋ ਗਿਆ, ਬਸ ਗਾਂ ਤੋਂ ਗਾਂ ਵਧੀ ਗਿਆ। ਬਹੁਤ ਸਾਰੇ ਸੁਪਨੇ ਦੇਖੇ ਹੋਊਗੇ ਤੁਸੀਂ ਵੀ, ਸੁਮਨਦੀਪ ਨੇ ਵੀ। ਕੀ ਗੱਲਬਾਤ ਹੁੰਦੀ ਸੀ ਜਦੋਂ ਕੈਨੇਡਾ ਤੋਂ ਸੁਮਨ ਫੋਨ ਕਰਦੀ ਸੀ, ਤੁਹਾਨੂੰ ਮੰਗਵਾਉਣ ਲਈ ਕਹਿੰਦੀ ਸੀ ਵੀ ਤੁਹਾਨੂੰ ਵੀ ਮੰਗਵਾਉਣਾ, ਕੈਨੇਡਾ ਘੁਮਾਉਣਾ? ਹਾਂਜੀ, ਉਹ ਕਹਿੰਦੀ ਸੀ ਮੈਂ ਆਪਦੇ ਪੈਰਾਂ 'ਤੇ ਖੜੀ ਹੋ ਕੇ ਮੰਗਵਾਉਂਗੀ, ਕਿਉਂਕਿ ਮੈਂ ਡਿਸਕ ਦਾ ਮਰੀਜ਼ ਹਾਂ, ਕੰਮ ਨਹੀਂ ਹੁੰਦਾ। ਅਤੇ ਬਸ ਆਈ ਵੀ ਡੈਡੀ ਤੂੰ ਕੰਮ ਤਾਂ ਕਰਨਾ ਨਹੀਂ ਅਤੇ ਨਾ ਮੈਂ ਕਰਨ ਦੇਣਾ, ਵੀ ਜਦੋਂ ਮੈਂ ਆਪਦੇ ਪੈਰਾਂ 'ਤੇ ਹੋ ਗਈ ਉਦੋਂ ਤੈਨੂੰ ਮੰਗਵਾਉਂਗੀ। ਬਸ ਆਹ ਨਹੀਂ ਸੀ ਪਤਾ ਕਿ ਮਾਲਕ ਨੂੰ ਕੀ ਮਨਜ਼ੂਰ ਆ। ਕਿੰਨੀ ਦੇਰ ਪਹਿਲਾਂ ਹੁਣ ਤੁਸੀਂ ਪੇਪਰ ਲਗਾਏ ਨੇ ਆਪਣੇ ਕੈਨੇਡਾ ਐਮਬੈਸੀ ਦੇ ਵਿੱਚ ਉੱਥੇ ਜਾਣ ਵਾਸਤੇ? ਬੱਚੀ ਦੀ ਡੈਥ ਤੋਂ ਜੀ 2 ਦਿਨ ਪਹਿਲਾਂ ਪੇਪਰ ਲਾਏ ਸੀਗੇ। ਉਦੋਂ ਬਾਅਦ ਨਾਲ ਡੈਥ ਡਾਕਟਰ ਦਾ ਸਰਟੀਫਿਕੇਟ ਲਾਤਾ ਸੀ, ਡੈਥ ਸਰਟੀਫਿਕੇਟ ਲੱਗਿਆ ਵਾ ਹੁਣ ਨਾਲ। ਅਤੇ ਅੱਜ ਦੇਖ ਲਓ ਵੀ 90 ਦਿਨ ਹੋ ਗਏ ਸਾਡੀ ਫਾਈਲ ਲੱਗੀ ਨੂੰ, ਕੋਈ ਪ੍ਰੋਸੀਜਰ ਨਹੀਂ ਆ ਰਿਹਾ, ਕੋਈ ਸਾਨੂੰ ਮਤਲਬ ਪਤਾ ਹੀ ਨਹੀਂ। ਉਹਨਾਂ ਨੂੰ ਮੇਲਾਂ ਪਾਈ ਜਾਂਦੇ ਆ, ਮੇਲਾਂ ਦੇ ਜਵਾਬ ਆ ਜਾਂਦੇ ਆ ਵੀ ਵੇਟਿੰਗ 'ਚ ਆ, ਵੇਟਿੰਗ 'ਚ ਆ। ਪਰ ਹੁਣ ਸਾਨੂੰ ਬਹੁਤ ਦਿੱਕਤ ਆ ਜੀ, ਕਿਉਂਕਿ ਆਪ ਹੀ ਤੁਸੀਂ ਸਮਝਦਾਰ ਹੋ, 90 ਦਿਨ ਹੋ ਗਏ ਡੈੱਡ ਬੋਡੀ ਪਈ ਨੂੰ। ਹੁਣ ਅਸੀਂ ਕੀ ਕਰੀਏ? ਆਪਣੀਆਂ ਸਰਕਾਰਾਂ ਦੇ ਵੱਲੋਂ ਕੋਈ ਮਦਦ ਮਿਲੀ, ਆਸ ਹੈ ਤੁਹਾਨੂੰ ਆਪਣੀਆਂ ਸਰਕਾਰਾਂ ਦੇ ਵੱਲੋਂ, ਕੇਂਦਰ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਕਿਸੇ ਨੇ ਬਾਂਹ ਫੜੀ, ਕਿਸੇ ਨੇ ਹਾਲ ਚਾਲ ਪੁੱਛਿਆ ਆ ਕੇ? ਨਹੀਂ ਜੀ, ਕੋਈ ਮੈਨੂੰ ਕੇਂਦਰ ਸਰਕਾਰ ਵੱਲੋਂ ਆਸ ਉਮੀਦ ਨਹੀਂ ਹੈਗੀ, 0% ਤੋਂ ਥੱਲੇ ਵੀ ਉਮੀਦ ਨਹੀਂ ਹੈਗੀ। ਕੋਈ ਮੈਨੂੰ ਪੰਜਾਬ ਸਰਕਾਰ ਵੱਲੋਂ ਉਮੀਦ ਨਹੀਂ ਹੈ। ਬਸ ਮੇਰਾ ਤਾਂ ਅਗਰ ਪੰਜਾਬ ਦੇ ਵਿੱਚ ਬਾਂਹ ਫੜੀ ਆ ਤਾਂ ਗੁਰਚਰਨ ਸਿੰਘ ਜੀ ਗਰੇਵਾਲ ਸਾਹਿਬ, ਉਹਨਾਂ ਨੇ ਫੜੀ ਆ ਜੀ। ਅਤੇ ਉਦੋਂ ਬਾਅਦ ਹੁਣ ਜੋ ਫੜ ਰਹੇ ਨੇ ਸੁਖ ਸਿੰਘ ਜੀ ਧਾਲੀਵਾਲ ਜੀ, ਉਹ ਕੈਨੇਡਾ ਦੇ MP ਨੇ, ਉਹ ਫੜ ਰਹੇ ਨੇ। ਹੋਰ ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ, ਨਾ ਮੈਂ ਕਿਸੇ ਤੋਂ ਉਮੀਦ ਮੇਰੇ ਹਿਸਾਬ ਨਾਲ ਕਰਨ ਦੀ ਵੀ ਹੈ ਨਹੀਂ, ਕਿਉਂਕਿ 3 ਮਹੀਨੇ ਹੋ ਗਏ ਕੋਈ ਆ ਕੇ ਖੜ੍ਹਾ ਹੀ ਨਹੀਂ, ਕਿਸੇ ਨੇ ਪੁੱਛਿਆ ਹੀ ਨਹੀਂ ਕੀ ਹੋ ਗਿਆ ਕੀ ਨਹੀਂ ਹੋ ਗਿਆ। ਹੁਣ ਕੋਈ ਕੀ ਮਦਦ ਕਰੂਗਾ? ਬਸ ਉਹਨਾਂ ਦੋਨਾਂ ਤੋਂ ਹੀ ਉਮੀਦਾਂ ਨੇ ਜੀ, ਬਾਕੀ ਕੈਨੇਡਾ ਗੌਰਮੈਂਟ ਨੇ ਦੇਣਾ, ਬਸ ਇਹੀ ਕੁਛ ਹੈ ਜੀ। ਹੁਣ ਕੋਈ ਕੈਂਪੇਨ ਚੱਲ ਰਹੀ ਹੈ ਫੰਡ ਰੇਜ਼ਿੰਗ ਦੀ? ਡੈੱਡ ਬੋਡੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਡਾਕਟਰਸ ਨੇ ਮਨਾ ਕਰ ਦਿੱਤਾ, ਡੈੱਡ ਬੋਡੀ ਇੱਥੇ ਨਹੀਂ ਆ ਸਕਦੀ, ਉਹਦੇ ਬਾਅਦ ਵੀ ਕੋਈ ਕੈਂਪੇਨ ਚੱਲ ਰਹੀ ਹੈ ਸੁਮਨਦੀਪ ਦੇ ਲਈ? ਕਿਤੇ ਹੋਰ ਕੁਛ ਹੈ ਜਾਣਕਾਰੀ ਤੁਹਾਨੂੰ ਇੱਦਾਂ ਦੀ? ਹਾਂਜੀ, ਉਹ ਕੈਨੇਡਾ 'ਚ ਚੱਲ ਰਹੀ ਆ। ਜਦੋਂ ਬੱਚੇ ਦੀ ਡੈਥ ਹੋਈ ਆ ਉਦੋਂ ਉਹਨਾਂ ਨੇ ਚਲਾਈ ਸੀ, ਹਰਮਨ ਗਰੇਵਾਲ ਅਤੇ ਅਮਨ ਗਰੇਵਾਲ ਨੇ ਜੀ। ਅਤੇ ਮੇਰੇ ਪਿੰਡ ਦੀ ਇੱਕ ਗੁੱਡੀ ਹੈਗੀ ਆ ਜੀ ਮਨਦੀਪ ਕੌਰ ਗਿੱਲ, ਉਹਨਾਂ ਨੇ ਰਲ ਕੇ ਚਲਾਈ ਸੀਗੀ। ਉਹਦੇ ਵਿੱਚ ਉਹਨਾਂ ਨੇ ਫੰਡ ਰੇਜ਼ ਇਕੱਠਾ ਕੀਤਾ ਵਾ ਵੀ ਉੱਥੇ ਡੈਥ ਵੀ ਮਤਲਬ ਅੰਤਿਮ ਸੰਸਕਾਰ ਵੀ ਕਰਨਾ, ਵੀ ਹੋਰ ਵੀ ਖਰਚੇ। ਹੁਣ ਆਪਾਂ ਨੂੰ ਤਾਂ ਪਤਾ ਨਹੀਂ ਉੱਥੇ ਕੀ ਕੀ ਹੁੰਦਾ ਕੀ ਨਹੀਂ ਹੁੰਦਾ। ਉਹਨਾਂ ਦੇ ਮੁਤਾਬਕ ਵੀ ਬਹੁਤ ਭਾਰੀ ਖਰਚੇ ਨੇ, ਵੀ ਤੁਹਾਨੂੰ ਨਹੀਂ ਚੱਲ ਹੋਣੇ, ਤਾਂ ਉਹਨਾਂ ਨੇ ਕੀਤਾ ਵਾ ਜੀ ਉੱਥੇ। ਹਾਂਜੀ, ਇੱਧਰੋਂ ਤਾਂ ਨਹੀਂ ਕੋਈ ਕਿਸੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਕੋਈ ਪਹੁੰਚ ਕੀਤੀ ਗਈ ਤੁਹਾਡੇ ਤੱਕ? ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਸਮਾਜ ਸੇਵੀ ਕਈ ਵਾਰ ਸੇਵਾ ਦੇ ਮੰਤਵ ਦੇ ਨਾਲ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਵੀ ਆਉਂਦੇ ਨੇ, ਜਾਂ ਕਈ ਵਾਰ ਜਿਵੇਂ ਕੋਈ ਟੈਕਨੀਕਲ ਚੀਜ਼ ਦੀ ਲੋੜ ਪੈਂਦੀ ਹੈ ਤਾਂ ਬਹੁਤ ਸਾਰੇ ਮਾਹਰ ਵੀ ਨੇ ਜਿਹੜੇ ਕੈਨੇਡਾ ਐਮਬੈਸੀ ਦੀ ਜਾਂ ਇਮੀਗ੍ਰੇਸ਼ਨ ਦੀ ਥੋੜ੍ਹੀ ਨੌਲੇਜ ਵੀ ਰੱਖਦੇ ਨੇ, ਕੋਈ ਵਕੀਲ, ਕੋਈ ਇੱਦਾਂ ਦਾ ਸ਼ਖਸ ਪੰਜਾਬ ਤੋਂ ਗੁਰਚਰਨ ਸਿੰਘ ਦੀ ਤੁਸੀਂ ਗੱਲ ਕੀਤੀ, ਉਹਨਾਂ ਤੋਂ ਇਲਾਵਾ ਕਿਸੇ ਨੇ ਮਦਦ ਦੇ ਹੱਥ ਵਧਾਏ ਨੇ? ਨਹੀਂ ਜੀ, ਉਸ ਤੋਂ ਇਲਾਵਾ ਜੀ ਇੱਕ ਸਾਡੇ MLA ਸਾਹਿਬ ਨੇ ਰਾਏਕੋਟ ਤੋਂ, ਆਪ ਪਾਰਟੀ ਦੇ, ਉਹ ਆਏ ਨੇ। ਉਹਨਾਂ ਨੇ ਆ ਕੇ ਵੀ ਭਰੋਸਾ ਦਿਵਾਇਆ ਵੀ ਜਿੰਨੇ ਜੋਗਾ ਮੈਂ ਹੈਗਾ ਮੈਂ ਤੁਹਾਡੇ ਨਾਲ ਖੜ੍ਹਾਂ, ਜੇ ਕਿਤੋਂ ਮੇਰੀ ਜ਼ਰੂਰਤ ਆ ਤਾਂ ਮੈਨੂੰ ਦੱਸੋ। ਸਾਡੇ ਹਲਕਾ ਇੰਚਾਰਜ ਨੇ ਉਹ। ਅਤੇ ਹੋਰ ਕੋਈ ਸਮਾਜ ਸੇਵੀ ਸੰਸਥਾ ਨਹੀਂ ਜੀ ਆਈ, ਬਲਕਿ ਮੈਂ ਜ਼ਰੂਰ ਮੇਲਾਂ ਬਹੁਤ ਪਾਈਆਂ ਨੇ, ਜਿਵੇਂ ਕਿ ਆਪਣੇ ਵਧੀਆ ਵਧੀਆ ਐਡਵੋਕੇਟ ਨੇ ਜਿਹੜੇ ਲੋਕਾਂ ਦੀਆਂ ਸੁਣਦੇ ਨੇ, ਉਹਨਾਂ ਨੂੰ ਮੈਂ ਪਾਈਆਂ ਨੇ, ਪਰ ਕਿਸੇ ਦਾ ਕੋਈ ਮੈਨੂੰ ਜਵਾਬ ਨਹੀਂ ਆਇਆ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਗੁਰਦੀਪ ਸਿੰਘ ਜੀ, ਪਰਿਵਾਰ 'ਚ ਕੌਣ ਕੌਣ ਹੈ ਉਹ? ਮੈਂ ਅਤੇ ਇੱਕ ਮੇਰੀ ਵਾਈਫ ਆ ਜੀ, ਇੱਕ ਬੇਟੀ ਆ, ਇੱਕ ਬੇਟਾ, ਇੱਕ ਬੇਟੀ ਦੀ ਡੈਥ ਹੋ ਗਈ ਜੀ, ਇੱਕ ਸਾਡੀ ਮੰਮੀ ਆ ਜੀ। ਜਿਹੜੇ ਦੂਸਰੇ ਬੱਚੇ ਪੜ੍ਹਦੇ ਨੇ ਕਿਹੜੀ ਕਲਾਸ ਪੜ੍ਹਦੇ? ਬੱਚੀ ਨੇ ਮੈਨੇ +2 ਕੀਤੀ ਹੈ ਜੀ, ਹੁਣ ਬੇਟਾ 8th 'ਚ ਆ ਜੀ।
ਲੱਗਦਾ ਹੈ ਵੀ ਜਿਹੜੇ ਲੋਕਾਂ ਦੇ ਵੱਲੋਂ ਠੱਗੀ ਮਾਰੀ ਗਈ ਹੈ ਉਹ ਲੋਕਾਂ 'ਚ ਇਨਸਾਨੀਅਤ ਖਤਮ ਹੋ ਗਈ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ, ਮੈਨੂੰ ਲੱਗਦਾ ਵੀ ਲਾਹਨਤਾਂ ਆਉਣ ਤੋਂ ਕੋਈ ਕਸਰ ਨਹੀਂ ਛੱਡ ਰਿਹਾ ਹੋਊਗਾ ਜਿਹਨੂੰ ਵੀ ਉਹਨਾਂ ਦੇ ਬਾਰੇ ਪਤਾ ਲੱਗ ਰਿਹਾ ਹੋਊਗਾ, ਕਿਉਂਕਿ ਇੱਕ ਪਾਸੇ ਪਰਿਵਾਰ ਦਾ ਦੁੱਖ ਦਰਦ ਹੈ, ਪਰਿਵਾਰ ਤਕਲੀਫਾਂ ਦੇ ਵਿੱਚ ਹੈ, ਬੇਵਸ ਹੈ ਪਰਿਵਾਰ, ਉੱਥੇ ਜਾ ਨਹੀਂ ਪਾ ਰਿਹਾ, ਡੈੱਡ ਬੋਡੀ 3 ਮਹੀਨੇ ਤੋਂ ਪਈ ਹੈ, ਪਰ ਲੋਕ ਫਿਰ ਵੀ ਡੈੱਡ ਬੋਡੀ ਦੇ ਉੱਤੋਂ ਪੈਸੇ ਕਮਾ ਰਹੇ ਨੇ। ਬਸ ਇਹ ਤਾਂ ਹੁਣ ਮਾਲਕ ਅੱਗੇ ਹੀ ਅਰਦਾਸ ਕਰਦੇ ਹਾਂ ਜੀ ਉਹਨਾਂ ਨੂੰ ਸਮੱਤ ਬਖਸ਼ੇ, ਮਾਲਕ ਉਹਨਾਂ ਨੂੰ ਸਮੱਤ ਬਖਸ਼ੇ, ਪਰ ਉਹਨਾਂ ਨੇ ਬਹੁਤ ਹੀ ਮਾੜਾ ਕੰਮ ਕੀਤਾ। ਮੈਂ ਹੁਣ ਇਹੀ ਚਾਹੂੰਗਾ ਵੀ ਇਹਨਾਂ ਬੰਦਿਆਂ 'ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਹੋਵੇ, ਕਿਉਂਕਿ ਹੁਣ ਜਿਹੜੇ ਭਰਾ ਬਾਹਰੋਂ ਪੈਸਾ ਦਿੰਦੇ ਨੇ, ਕੋਈ $5, ਕੋਈ $100, ਕੋਈ $500, ਉਹਦੇ ਕਿਵੇਂ ਕਮਾਏ ਨੇ, ਪਰ ਉਹ ਸਹੀ ਹੱਥਾਂ 'ਚ ਨਹੀਂ ਆ ਰਹੇ। ਉਹ ਇਸ ਲੋਟਾਂ ਠੱਗ ਬੰਦੇ ਜਾਸੀਆਂ ਕਰੀ ਜਾਂਦੇ ਨੇ, ਉਹ ਜ਼ਰੂਰ ਫੜੇ ਜਾਣੇ ਚਾਹੀਦੇ ਨੇ। ਅੱਜ ਤੋਂ ਪਹਿਲਾਂ ਖਬਰਾਂ ਕਿੰਨਾ ਕੁ ਪੈਸਾ ਕਿਵੇਂ ਚੱਲਿਆ ਗਿਆ। ਅਤੇ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਭਰਾ ਉਹ ਬੰਦ ਹੋ ਜਾਣ, ਲੋਕਾਂ ਨੂੰ ਨਾ ਮਦਦ ਦੇਣ, ਦਿਓ ਜ਼ਰੂਰ, ਪਰ ਵੀਰੇ ਦੇਖ ਕੇ ਦਿਓ ਵੀ ਸਹੀ ਜਾ ਰਿਹਾ, ਇਹ ਡੈੱਡ ਬੋਡੀ 'ਤੇ ਹੀ ਜਾ ਰਿਹਾ, ਕੋਈ ਇਹਨੂੰ ਖਾ ਤਾਂ ਨਹੀਂ ਰਿਹਾ। ਆ ਹੁਣ ਸਰੇਆਮ ਸਾਹਮਣੇ ਖਾ ਰਹੇ ਸੀ। ਜੇ ਹੁਣ ਮੈਂ ਚੁੱਪ ਰਹਿੰਦਾ, $1,00,000 ਦਾ ਸਕੋਰ ਸੀ ਜੀ ਉਹਨਾਂ ਦਾ, ਘੱਟੋ ਘੱਟ 50,000 ਤੱਕ ਕਰ ਹੀ ਜਾਣਾ ਸੀ ਉਹਨਾਂ ਨੇ। ਫਿਰ ਮੇਰੇ ਕੇਸ 'ਤੇ ਵੀ ਫਰਕ ਪੈਣਾ ਸੀ, ਕਿਉਂਕਿ ਐਮਬੈਸੀ ਨੇ ਵੀ ਇਹ ਕਹਿਣਾ ਸੀ ਵੀ ਦੱਸੋ ਬੋਡੀ ਤੁਹਾਡੀ ਕਿੱਥੇ ਆ, ਤੁਸੀਂ ਸਾਡੇ ਨਾਲ ਫਰੋਡ ਕਰ ਰਹੇ ਹੋ। ਹੁਣ ਇੱਕ ਮੇਰੇ ਬੱਚੇ ਨਾਲ ਫਰੋਡ ਹੋ ਗਿਆ, ਇੱਕ ਮੇਰੇ ਨਾਲ ਫਰੋਡ ਹੋ ਗਿਆ, ਇੱਕ ਦੁਨੀਆ ਨਾਲ ਫਰੋਡ ਹੋ ਗਿਆ। ਮੇਰੇ ਹਿਸਾਬ ਨਾਲ ਤਾਂ ਰੱਬ ਉਹਨਾਂ ਨੂੰ ਮਾफ़ ਹੀ ਨਹੀਂ ਕਰੂਗਾ। ਹਾਂਜੀ, ਦੇਖ ਲਓ, ਇੱਕ ਪਿਤਾ ਫਿਰ ਵੀ ਪਰਮਾਤਮਾ ਦੇ ਅੱਗੇ ਬੇਸ਼ੱਕ ਦੁਖੀ ਹੈ, ਬੇਵਸ ਹੈ, ਪਰ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰ ਰਿਹਾ ਹੈ ਵੀ ਉਹਨਾਂ ਲੋਕਾਂ ਨੂੰ, ਜਿਹੜੇ ਲੋਕਾਂ ਨੇ ਉਹਨਾਂ ਦੀ ਧੀ ਦੀ ਲਾਸ਼ ਦੇ ਉੱਤੇ ਠੱਗੀ ਮਾਰੀ ਹੈ, ਲਾਸ਼ ਦੇ ਨਾਂ ਦੇ ਉੱਤੇ ਠੱਗੀ ਮਾਰੀ ਹੈ, ਇੱਕ ਧੀ ਦੇ ਨਾਮ ਦੇ ਉੱਤੇ ਠੱਗੀ ਮਾਰੀ ਹੈ, ਉਹਨਾਂ ਨੂੰ ਪਰਮਾਤਮਾ ਸੁਮੱਤ ਬਖਸ਼ੇ। ਪਰ ਹਾਂ, ਕਾਨੂੰਨੀ ਕਾਰਵਾਈ ਜ਼ਰੂਰ ਉਹਨਾਂ ਲੋਕਾਂ ਦੇ ਉੱਤੇ ਹੋਣੀ ਚਾਹੀਦੀ ਹੈ, ਤਾਂ ਜੋ ਉਹਨਾਂ ਦਾ ਇੱਕ ਗੋਰਖ ਧੰਦਾ ਹੋ ਸਕਦਾ ਵੀ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਸ ਠੱਗੀ ਨੂੰ ਅੰਜਾਮ ਦਿੱਤਾ ਹੋਵੇ, ਤਾਂ ਹੀ ਉਹਨਾਂ ਦਾ ਅਜਿਹਾ ਹੌਸਲਾ ਬਣਿਆ ਵੀ ਅੱਜ ਇੱਕ ਧੀ ਜਿਹਦੀ ਲਾਸ਼ ਕੈਨੇਡਾ ਦੇ ਵਿੱਚ ਪਈ ਹੈ, ਅਸੀਂ ਉਹਦੇ ਨਾਂ 'ਤੇ ਅਮਰੀਕਾ ਦੇ ਵਿੱਚ ਪੈਸੇ ਇਕੱਠੇ ਕਰ ਲੈਂਦੇ ਹਾਂ, ਠੱਗੀ ਮਾਰ ਲੈਂਦੇ ਹਾਂ ਔਰ ਪਰਿਵਾਰ ਦਾ ਨਾਂ ਵਰਤ ਲੈਂਦੇ ਹਾਂ। ਬੜੀ ਸ਼ਾਤਰਾਨਾ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਵੱਲੋਂ ਇਸ ਠੱਗੀ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ। ਬੇਟੀ ਦਾ ਸਿਰਫ ਫੋਟੋ ਲਗਾਈ ਗਈ, ਨਾਂ ਬਦਲ ਦਿੱਤਾ ਗਿਆ, ਉਸ ਦੀ ਡੈਥ ਦੇ ਕਾਰਨ ਬਦਲ ਦਿੱਤੇ ਗਏ, ਤਰੀਕ ਬਦਲ ਦਿੱਤੀ ਗਈ। ਸ਼ਾਇਦ ਇੱਦਾਂ ਦੀਆਂ ਕੁਝ ਟੈਕਨੀਕਲੀ ਚੇਂਜਿਸ ਕਰਕੇ ਇਸ ਪੂਰੇ ਕੇਸ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਕੈਂਪੇਨ ਚਲਾ ਦਿੱਤੀ ਔਰ ਉੱਥੋਂ $1,00,000 ਦਾ ਇੱਕ ਟੀਚਾ ਰੱਖ ਦਿੱਤਾ ਵੀ $1,00,000 ਲੱਗਣਾ ਹੈ ਉਸ ਧੀ ਦੀ ਡੈੱਡ ਬੋਡੀ ਨੂੰ ਇੰਡੀਆ ਭੇਜਣ ਦੇ ਲਈ, ਜਾਂ ਉਹਦੇ ਫਿਊਨਰਲ ਵਾਸਤੇ, ਉਹਦੇ ਅੰਤਿਮ ਸੰਸਕਾਰ ਦੇ ਵਾਸਤੇ, ਜਿਸ ਦੇ ਵਿੱਚੋਂ $1,400-1,500 ਤੱਕ ਉਹਨਾਂ ਲੋਕਾਂ ਦੇ ਵੱਲੋਂ ਇਕੱਠੇ ਕਰ ਲਏ ਗਏ ਸੀ। ਪਰ ਸਮਾਂ ਰਹਿੰਦਿਆਂ ਉਹ ਜਾਣਕਾਰੀ ਸੁਮਨਦੀਪ ਕੌਰ ਦੇ ਪਿਤਾ ਜੀ ਗੁਰਦੀਪ ਸਿੰਘ ਤੱਕ ਪਹੁੰਚੀ, ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਸੰਪਰਕ ਕੀਤਾ ਔਰ ਮੀਡੀਆ ਦੇ ਵੱਲੋਂ ਫਿਰ ਉਹਨਾਂ ਠੱਗਾਂ ਦੀਆਂ ਖਬਰਾਂ ਨਸ਼ਰ ਕੀਤੀਆਂ ਅਤੇ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਅਗਾਹ ਕੀਤਾ। ਸੋ ਸਾਡੀ ਵੀ ਜਿੰਨੇ ਵੀ NRI ਭਰਾ ਜਿੱਥੇ ਵੀ ਵਸਦੇ ਨੇ, ਜੇ ਕੋਈ ਇੱਕ ਦੂਸਰੇ ਦੀ ਮਦਦ ਕਰਦਾ ਹੈ ਤਾਂ ਰਿਕੁਐਸਟ ਹੈ, ਬੇਨਤੀ ਹੈ, ਅਪੀਲ ਹੈ ਕਿ ਤੁਸੀਂ ਮਦਦ ਕਰਨ ਤੋਂ ਪਹਿਲਾਂ ਉਸ ਇਨਸਾਨ ਦੇ ਬੈਕਗਰਾਊਂਡ, ਉਸ ਇਨਸਾਨ ਦੀ ਮੌਜੂਦਾ ਹਾਲਾਤ, ਅਸਲੀਅਤ ਜੋ ਉਸ ਪੂਰੇ ਕੇਸ ਦੀ ਹੁੰਦੀ ਹੈ ਉਹਨੂੰ ਜ਼ਰੂਰ ਜਾਣੋ, ਕਿਉਂਕਿ ਤੁਹਾਡੀਆਂ ਕਮਾਈਆਂ ਜਿਸ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ, ਬਹੁਤ ਹੱਡ ਭੰਨਵੀਂ ਕਮਾਈ ਕਰਦੇ ਹੋ, ਦਿਨ ਰਾਤ ਸ਼ਿਫਟਾਂ ਲਾਉਂਦੇ ਹੋ, ਫਿਰ ਜਾ ਕੇ ਡਾਲਰ ਕਮਾਉਂਦੇ ਹੋ ਔਰ ਡਾਲਰ ਦੇ ਵਿੱਚੋਂ ਵੱਡੀ ਗੱਲ ਹੈ ਵੀ ਲੋਕਾਂ ਦਾ ਸਹਾਰਾ ਵੀ ਬਣਦੇ ਹੋ, ਪੰਜਾਬ ਦੇ ਦੁੱਖ ਨੂੰ, ਤਕਲੀਫ ਨੂੰ, ਦਰਦ ਨੂੰ ਸਮਝਦੇ ਹੋ। ਹਾਲਾਂਕਿ ਮੈਂ ਕਦੀ ਵੀ ਅਜਿਹੀ ਅਪੀਲ ਨਹੀਂ ਕੀਤੀ ਵੀ ਤੁਸੀਂ ਪੈਸੇ ਦੇ ਜ਼ਰੀਏ ਮਦਦ ਕਰੋ ਕਿਸੇ ਦੀ। ਮੈਂ ਸਿਰਫ ਇਹੀ ਅਪੀਲ ਕਰਦਾ ਹੁੰਦਾ ਵੀ ਕਿਸ ਤਰੀਕੇ ਵੀ ਜੇ ਕੋਈ ਇਨਸਾਨ ਕਿਸੇ ਦੀ ਮਦਦ ਕਰ ਸਕਦਾ ਹੈ, ਚਾਹੇ ਉਹ ਕਿਸੇ ਨੂੰ ਕੋਈ ਕਾਗਜ਼ ਪੱਤਰ ਤਿਆਰ ਕਰਕੇ ਦੇਣਾ ਹੈ, ਚਾਹੇ ਉਹ ਕੈਨੇਡਾ ਐਮਬੈਸੀ ਦੇ ਨਾਲ ਸੰਪਰਕ ਕਰਕੇ ਉੱਥੋਂ ਜਾਣਕਾਰੀ ਇਹਨਾਂ ਦੇ ਕੇਸ ਦੇ ਸੰਬੰਧੀ ਲੈ ਕੇ ਇਹਨਾਂ ਤੱਕ ਪਹੁੰਚਾਉਣੀ ਹੈ, ਚਾਹੇ ਜਿੱਥੇ ਉਸ ਬੱਚੀ ਦੀ ਡੈੱਡ ਬੋਡੀ ਪਈ ਹੈ ਉਸ ਹਸਪੀਟਲ ਦੇ ਨਾਲ ਸੰਪਰਕ ਕਰਕੇ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਪਰਿਵਾਰ ਤੱਕ ਪਹੁੰਚਾਉਣਾ, ਮੈਨੂੰ ਲੱਗਦਾ ਉਹ ਵੀ ਬਹੁਤ ਵੱਡੀ ਮਦਦ ਹੈ। ਸ਼ਾਇਦ ਇਹ ਬੇਵਸ ਨੇ 3 ਮਹੀਨੇ ਤੋਂ ਧੀ ਦੀ ਡੈੱਡ ਬੋਡੀ ਕੈਨੇਡਾ ਦੇ ਵਿੱਚ ਪਈ ਹੈ ਔਰ ਇਹ ਇੱਥੇ ਧੱਕੇ ਖਾ ਰਹੇ ਨੇ, ਕਦੀ ਕਿਸੇ ਦਫ਼ਤਰ ਜਾਂਦੇ ਨੇ, ਕਦੀ ਕਿਸੇ ਮੰਤਰੀ ਨੂੰ, ਕਿਸੇ ਸੰਤਰੀ ਨੂੰ ਈਮੇਲ ਕਰਦੇ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ, ਜਾਂ ਹੋਰ ਜਿਹੜੇ ਉਹਨਾਂ ਨੂੰ ਲੱਗਾ ਸੀਗਾ ਵੀ ਇਹ ਸ਼ਖਸ, ਇਹ ਲੋਕ ਉਹਨਾਂ ਦੀ ਮਦਦ ਕਰ ਸਕਦੇ ਨੇ, ਉਹਨਾਂ ਨੂੰ ਈਮੇਲਾਂ ਪਾਈਆਂ, ਬਹੁਤ ਸਾਰੇ ਸੁਨੇਹੇ ਲਾਏ ਇੰਟਰਨੈਟ ਦੇ ਜ਼ਰੀਏ ਉਹਨਾਂ ਤੱਕ ਜਾਣਕਾਰੀ ਪਹੁੰਚਾਈ, ਪਰ ਹੱਥ ਅਜੇ ਵੀ ਖਾਲੀ ਨੇ। ਸਰ, ਲੱਗਦਾ ਹੈ 3 ਮਹੀਨੇ ਦਾ ਸਮਾਂ ਬੀਤ ਗਿਆ, ਬੱਚੀ ਦੀ ਡੈੱਡ ਬੋਡੀ ਉੱਥੇ ਪਈ ਹੈ, ਬੇਵਸੀ ਤਾਂ ਨਹੀਂ ਲੱਗਦੀ ਵੀ ਮੈਂ ਅੱਜ ਬੇਵਸ ਹੋ ਗਿਆ, ਮੈਂ ਆਪਣੀ ਧੀ ਨੂੰ ਇੱਥੇ ਲਿਆਉਣ ਦੇ ਵਿੱਚ ਮੇਰੀ ਕੋਈ ਬਾਂਹ ਹੀ ਨਹੀਂ ਫੜ ਰਿਹਾ? ਬਿਲਕੁਲ ਬੇਬਸ ਹਾਂ ਜੀ, ਬੇਬਸ ਹੋ ਚੁੱਕੇ ਹੁਣ। ਬਸ ਹੁਣ ਤੱਕ ਰੱਬ ਦਾ ਆਸਰਾ, ਕੀ ਸਾਡੀ ਕਿਸਮਤ 'ਚ ਲਿਖਿਆ, ਜਾਂ ਹੱਥ ਲੱਗਣੇ ਆ ਜਾਂ ਨਹੀਂ ਲੱਗਣੇ, ਤਾਂ ਦਾਤਾ ਜਾਣਦਾ ਜੀ। ਪਰ ਉਮੀਦ ਨਹੀਂ ਛੱਡਦੇ ਫਿਰ ਵੀ,
ਵੀ ਹੁਣ ਜਿਵੇਂ ਸਾਡੇ ਨਾਲ ਸੁਖ ਜੀ ਜੁੜੇ ਨੇ, ਸੁਖ ਧਾਲੀਵਾਲ ਜੀ ਜੁੜੇ ਨੇ ਅਤੇ ਗੁਰਚਰਨ ਸਿੰਘ ਜੀ ਗਰੇਵਾਲ ਜੁੜੇ ਨੇ, ਜ਼ਰੂਰ ਸਾਡੇ ਹੱਥ ਲਵਾਉਣਗੇ। ਉਹਨਾਂ ਨੇ ਕਿਹਾ ਹੱਥ ਲਵਾਵਾਂਗੇ ਤਾਂ ਉਹ ਜ਼ਰੂਰ ਲਵਾਉਣਗੇ। ਹਰ ਹਾਲਤ ਤੱਕ ਉਹ ਸਾਡੀ ਮਦਦ ਕਰ ਰਹੇ ਨੇ ਅਤੇ ਅੱਗੇ ਵੀ ਕਰਦੇ ਰਹਿਣਗੇ। ਹੁਣ ਹੋਰ ਭਰਾ ਉੱਠਣਗੇ, ਹੋਰ ਜੋ ਦੇਖ ਰਹੇ ਨੇ ਹੋਰ ਸਾਡੀ ਮਦਦ ਕਰਨਗੇ। ਹਮਦਰਦ ਮੀਡੀਆ ਗਰੁੱਪ ਦੇ ਵੱਲੋਂ ਤੁਸੀਂ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ, ਉਹਨਾਂ ਦੇ ਵੱਲੋਂ ਕੀ ਰਿਸਪੌਂਸ ਹੈ ਤੁਹਾਨੂੰ, ਕਿੱਦਾਂ ਦਾ ਰਿਸਪੌਂਸ? ਬਹੁਤ ਹੀ ਵਧੀਆ ਰਿਸਪੌਂਸ ਆ ਜੀ। ਮੈਨੂੰ ਉਹ ਸਰ ਦਾ ਮੈਨੂੰ ਹਰ ਰੋਜ਼ ਸੁਬਾਹ ਫੋਨ ਆਉਂਦਾ, ਹਾਲਾਤਾਂ ਬਾਰੇ ਦੱਸਦੇ ਨੇ, ਪੁੱਛਦੇ ਨੇ ਅੱਜ ਇੰਨਾ ਕੁ ਖੁੱਲ੍ਹਿਆ, ਕੋਈ ਗੱਲ ਨਹੀਂ, ਦਿਲ ਨਾ ਛੱਡੋ, ਤੁਸੀਂ ਜ਼ਰੂਰ ਮਤਲਬ ਤੁਹਾਡੇ ਹੱਥ ਲਵਾਵਾਂਗੇ ਅਸੀਂ। ਉੱਧਰ ਫਿਊਨਲ ਤੱਕ ਉਹਨਾਂ ਨੇ ਮਤਲਬ ਜਿਹੜੇ ਫਿਊਨਲ ਵਾਲੇ ਨੇ ਉਹਨਾਂ ਤੱਕ ਵੀ ਹਮਦਰਦ ਵਾਲਿਆਂ ਨੇ ਰਾਬਤਾ ਬਣਾਇਆ ਵਾ ਵੀ ਬਹੁਤ ਹੀ ਡਿਸਕਾਊਂਟ 'ਤੇ ਤੁਹਾਡਾ ਕਰਵਾਵਾਂਗੇ, ਜੋ ਸਾਥੋਂ ਹੁੰਦਾ ਅਸੀਂ ਵੱਧ ਤੋਂ ਵੱਧ ਕਰਾਂਗੇ। ਪੂਰਾ ਮੇਰੇ ਨਾਲ ਹਮਦਰਦ TV ਔਰ ਪਰਿਵਾਰ ਪੂਰਾ ਖੜਾ ਜੀ। ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਮੇਰੇ ਨਾਲ ਖੜੇ ਨੇ। ਇਹ ਸਵਾਲ ਮੈਂ ਇਸ ਲਈ ਕੀਤਾ, ਸ਼ਾਇਦ ਬਹੁਤ ਸਾਰੇ ਲੋਕ ਕਹਿਣਗੇ ਆਪਣੇ ਮੀਡੀਆ ਗਰੁੱਪ ਦੇ ਨਾਲ ਜਾਂ ਹਮਦਰਦ TV ਦਾ ਨਾਂ ਮੂੰਹ ਕਢਵਾਉਣਾ ਚਾਹੁੰਦਾ ਸੀ। ਮੈਂ ਤਾਂ ਕੀਤਾ ਸੀ ਕਿਉਂਕਿ ਕੁਝ ਲੋਕਾਂ ਦੇ ਵੱਲੋਂ ਗਲਤ ਇਨਫੋਰਮੇਸ਼ਨ ਜਿਹੜੀ ਠੱਗੀ ਮਾਰੀ ਜਾ ਰਹੀ ਸੀ ਅਮਰੀਕਾ ਦੇ ਵਿੱਚ, ਉਹ ਹਮਦਰਦ TV ਤੱਕ ਪਹੁੰਚਾਈ ਸੀਗੀ। ਬਟ ਸਮਾਂ ਰਹਿੰਦਿਆਂ ਉਹ ਜਾਣਕਾਰੀ ਹਮਦਰਦ ਮੀਡੀਆ ਤੱਕ ਪਹੁੰਚ ਗਈ, ਪਰਿਵਾਰ ਦੇ ਸਹਿਯੋਗ ਦੇ ਨਾਲ ਪਹੁੰਚ ਗਈ ਔਰ ਉਸ ਠੱਗੀ ਦਾ, ਉਸ ਚੋਰ ਬਾਜ਼ਾਰੀ ਦਾ ਪਰਦਾਫਾਸ਼ ਹੋ ਗਿਆ। ਔਰ ਇਸ ਤੋਂ ਬਾਅਦ ਡਿਬੇਟਾਂ ਚੱਲੀਆਂ ਹਮਦਰਦ TV ਦੇ ਉੱਤੇ, ਕਿਉਂਕਿ ਹਮਦਰਦ TV ਹਮੇਸ਼ਾ ਕੋਸ਼ਿਸ਼ ਕਰਦਾ ਹੈ ਵੀ ਜਿਸ ਇਨਸਾਨ ਦੇ ਉੱਤੇ ਕੋਈ ਦੁੱਖ ਦੀ ਘੜੀ ਜਾਂ ਕੋਈ ਤਕਲੀਫ ਜਾਂ ਕੋਈ ਮੁਸੀਬਤ ਆਈ ਹੈ ਤਾਂ ਉਸ ਪਰਿਵਾਰ ਦੀ ਸਾਰ ਲਈ ਜਾਵੇ, ਜਿੰਨਾ ਬਤੌਰ ਮੀਡੀਆ ਪਾਰਟਨਰ ਉਹਨਾਂ ਦਾ ਦੁੱਖ ਵੰਡਾਇਆ ਜਾ ਸਕੇ। ਹਮਦਰਦ TV ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਉਹਨਾਂ ਤੱਕ ਪਹੁੰਚ ਕਰੇ, ਚਾਹੇ ਉਹ ਜਿੰਨੇ ਮਰਜ਼ੀ ਕਿਲੋਮੀਟਰ 'ਤੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਦੇ ਪੰਜਾਬੀ ਹੋਣ। ਉਹਨਾਂ ਦੀ ਮਦਦ ਦੇ ਲਈ ਜਿਸ ਤਰੀਕੇ ਦੀ ਵੀ ਉਹਨਾਂ ਨੂੰ ਸਹਾਇਤਾ ਚਾਹੀਦੀ ਹੁੰਦੀ ਹੈ ਉਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪਰਿਵਾਰ ਦੇ ਖੜਿਆ ਜਾਵੇ। ਪਰ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਠੱਗੀ ਮਾਰਨ ਵਾਲੇ ਲੋਕ ਸਾਹਮਣੇ ਆਏ ਨੇ, ਇਹ ਠੱਗੀ ਦਾ ਪੂਰਾ ਜਿਹੜਾ ਜਾਲ ਉੱਥੇ ਵਿਛਾਇਆ ਗਿਆ ਸੀਗਾ, ਅਜਿਹੇ ਲੋਕ ਕਈ ਵਾਰ ਭਰੋਸੇਯੋਗਤਾ ਨੂੰ ਖਤਮ ਕਰਦੇ ਨੇ, ਮੀਡੀਆ ਦਾ ਗਲਤ ਇਸਤੇਮਾਲ ਕਰਦੇ ਨੇ। ਹਾਲਾਂਕਿ ਮੀਡੀਆ ਲਗਾਤਾਰ ਕੋਸ਼ਿਸ਼ ਇਹੀ ਕਰਦਾ ਵੀ ਸਿਰਫ ਅਸੀਂ ਸੱਚ ਨੂੰ ਦਿਖਾਈਏ, ਸੱਚ ਲੋਕਾਂ ਤੱਕ ਪਹੁੰਚਾਈਏ, ਪਰ ਇਹ ਲੋਕ ਜਿਹੜੇ ਠੱਗੀ ਮਾਰਨ ਵਾਲੇ ਨੇ ਸ਼ਾਇਦ 2 ਕਦਮ ਅਗਾਂਹ ਦੀ ਸੋਚ ਕੇ ਕੋਸ਼ਿਸ਼ ਤਾਂ ਕਰਦੇ ਨੇ ਵੀ ਅਸੀਂ ਠੱਗੀ ਮਾਰ ਲਵਾਂਗੇ। ਪਰ ਇਹਨਾਂ ਲੋਕਾਂ ਨੂੰ ਮੈਂ ਅੱਜ ਵਾਰਨਿੰਗ, ਇਹਨਾਂ ਲੋਕਾਂ ਨੂੰ ਮੈਂ ਅਪੀਲ ਵੀ ਕਰਦਾ ਵੀ ਇਹ ਠੱਗੀਆਂ ਮਾਰਨੀਆਂ ਛੱਡ ਦਿਓ। ਕਿਉਂ? ਇੱਕ ਪਿਤਾ ਦੀ ਧੀ ਜਿਸ ਦੀ ਡੈੱਡ ਬੋਡੀ 3 ਮਹੀਨੇ ਤੋਂ ਉੱਥੇ ਪਈ ਹੈ, ਪਿਤਾ ਇੱਥੇ ਹੰਝੂ ਬਹਾ ਰਿਹਾ, ਪਰਿਵਾਰ ਬੇਵਸ ਹੈ, ਕਿਤੋਂ ਕੋਈ ਢੋਈ ਨਹੀਂ ਮਿਲ ਰਹੀ। ਹਾਲਾਂਕਿ ਕੈਨੇਡੀਅਨ MP ਸੁਖ ਧਾਲੀਵਾਲ ਜੀ ਉਹਨਾਂ ਦਾ ਜ਼ਿਕਰ ਕੀਤਾ ਹੈ, ਪੰਜਾਬ ਤੋਂ ਕੁਝ ਨੁਮਾਇੰਦੇ ਨੇ SGPC ਦੇ, ਉਹਨਾਂ ਦੇ ਵੱਲੋਂ ਮਦਦ ਦੇ ਹੱਥ ਵਧਾਏ ਗਏ ਨੇ, ਮੀਡੀਆ ਗਰੁੱਪਸ ਦੇ ਵੱਲੋਂ ਵੀ ਮਦਦ ਦੇ ਕਾਲਾਂ ਆ ਰਹੀਆਂ ਨੇ। ਪਰ ਇਹ ਜਿਹੜੇ ਠੱਗ ਲੋਕ ਨੇ ਇਹਨਾਂ ਦੇ ਪਰਿਵਾਰ ਦੇ ਉੱਤੇ, ਬੱਚੀ ਦੇ ਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਠੱਗੀ ਮਾਰ ਰਹੇ ਨੇ, ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ। ਇਹਨਾਂ ਲੋਕਾਂ ਨੂੰ ਲੋਕ ਲਾਹਨਤਾਂ ਹੀ ਪਾਉਣਗੇ ਮੈਨੂੰ ਲੱਗਦਾ ਹੈ, ਕਿਉਂਕਿ ਇਹ ਸ਼ਬਦ ਸ਼ਾਇਦ ਇੱਕ ਪੱਤਰਕਾਰ ਦੇ ਵੱਲੋਂ ਇਹ ਜਿਹੜੇ ਮੈਂ ਬੋਲ ਰਿਹਾ ਸ਼ਬਦਾਵਲੀ, ਬਹੁਤ ਸਾਰੇ ਲੋਕ ਕਹਿਣਗੇ ਵੀ ਇੱਕ ਪੱਤਰਕਾਰ ਹੋ ਕੇ ਕਿੱਦਾਂ ਦੀ ਸ਼ਬਦਾਵਲੀ ਵਰਤ ਰਿਹਾ, ਪਰ ਸੱਚੀ ਮਨ ਦੁਖੀ ਹੈ, ਇਹ ਦਿਲ ਨੂੰ ਠੇਸ ਵੱਜੀ ਹੈ ਵੀ ਲੋਕ ਕੀ ਸੋਚਦੇ ਨੇ, ਮੀਡੀਆ ਲੋਕਾਂ ਦੇ ਲਈ ਕੀ ਸੋਚਦਾ ਹੈ, ਪਰ ਇਹ ਜਿਹੜੇ ਠੱਗ ਨੇ ਉਹ ਕੀ ਸੋਚ ਰਹੇ ਨੇ। ਸਿਰਫ ਮਤਲਬ ਪੈਸੇ ਦੇ ਨਾਲ ਹੈ, ਉਹਨਾਂ ਨੂੰ ਇਨਸਾਨੀਅਤ ਖਤਮ ਹੋ ਗਈ ਹੈ, ਸ਼ਰਮਸਾਰ ਹੋ ਗਈ ਹੈ, ਅੰਦਰਲੀ ਜ਼ਮੀਰ ਮਰ ਚੁੱਕੀ ਹੈ। ਉਹਨਾਂ ਦੇ ਲਈ ਜੇ ਕੋਈ ਜਿਉਂਦਾ ਹੈ ਤਾਂ ਉਹ ਸਿਰਫ ਮੈਨੂੰ ਲੱਗਦਾ ਪੈਸਾ ਹੈ। ਪਰ ਇਹ ਲੋਕਾਂ ਦੇ ਜੇਕਰ ਕੋਈ ਆਪਣਾ ਧੀ ਭੈਣ ਭਰਾ ਦੇ ਨਾਲ ਅਜਿਹੀ ਘਟਨਾ ਵਾਪਰੇ, ਉਹਨਾਂ ਦੇ ਭੈਣ ਧੀ ਭਰਾ ਦੇ ਨਾਮ ਦੇ ਉੱਤੇ, ਉਹਨਾਂ ਦੀ ਡੈੱਡ ਬੋਡੀ ਦੇ ਉੱਤੇ ਪੈਸਾ ਇਕੱਠਾ ਕਰੇ ਅਤੇ ਫਿਰ ਇਹਨਾਂ ਨੂੰ ਪਤਾ ਲੱਗੇ, ਤਾਂ ਮੈਨੂੰ ਲੱਗਦਾ ਹੈ ਇਹਨਾਂ ਦੇ ਦਿਲ ਨੂੰ ਵੀ ਉਨੀ ਠੇਸ ਪਹੁੰਚੂਗੀ ਜਿੰਨੀ ਇਸ ਪਿਤਾ ਨੂੰ ਹੰਝੂ ਬਹਾ ਰਹੇ ਦੁੱਖਾਂ ਦਾ ਪਹਾੜ ਜਿਹਦੇ ਉੱਤੇ ਟੁੱਟਿਆ ਹੈ। ਉਸ ਪਿਤਾ ਨੂੰ ਅੱਜ ਦੁੱਖ ਹੋ ਰਿਹਾ ਹੈ, ਰੋ ਰਿਹਾ ਹੈ, ਕੁਰਲਾ ਰਿਹਾ ਹੈ, ਬੇਨਤੀਆਂ ਕਰ ਰਿਹਾ ਹੈ। ਕਦੀ ਕੈਨੇਡੀਅਨ ਹਾਈ ਕਮਿਸ਼ਨ ਦੇ ਕੋਲ ਜਾਂਦੇ, ਕਦੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਜਾਂਦੇ ਨੇ, ਕਦੀ ਪੰਜਾਬ ਦੇ ਮੰਤਰੀਆਂ ਸੰਤਰੀਆਂ ਤੱਕ ਜਾਂਦੇ ਨੇ, ਪਰ ਉਮੀਦ ਨਹੀਂ ਛੱਡ ਰਹੇ। ਕਹਿੰਦੇ ਬੇਸ਼ੱਕ ਬੇਵਸ ਹਾਂ, ਪਰ ਮੇਰੀ ਉਮੀਦ ਹੈ ਮੈਂ ਆਪਣੀ ਧੀ ਦੇ ਅੰਤਿਮ ਦਰਸ਼ਨ ਜ਼ਰੂਰ ਕਰਾਂਗਾ, ਆਪਣੀ ਧੀ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਜ਼ਰੂਰ ਕਰਾਂਗਾ। ਸਰ, ਬਹੁਤ ਸਾਰੇ ਬੱਚੇ ਨੇ ਕੈਨੇਡਾ ਜਾਂਦੇ ਨੇ, ਮਿਹਨਤ ਕਰਦੇ ਨੇ, ਉੱਥੇ ਜਾ ਕੇ ਲੱਗਦਾ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ, ਬੱਚਿਆਂ ਨੂੰ ਅੱਜ ਵਿਦੇਸ਼ਾਂ ਦੇ ਵਿੱਚ ਜਾਣਾ ਪੈ ਰਿਹਾ। ਜਿਸ ਤਰੀਕੇ ਦੇ ਨਾਲ ਤੁਹਾਡੀ ਬੇਟੀ ਵੀ ਗਈ, ਉੱਥੇ ਜਾ ਕੇ ਬਿਮਾਰ ਹੋ ਗਈ, ਹਾਲਾਤ ਇੱਦਾਂ ਦੇ ਸੀਗੇ ਵੀ ਨਾਲ ਕੋਈ ਸਾਥ ਦੇਣ ਵਾਲਾ ਵੀ ਉਸ ਟਾਈਮ ਨਹੀਂ ਸੀਗਾ। ਹੋ ਸਕਦਾ ਹੈ ਹਾਲਾਂਕਿ ਉਹ ਬੜੇ ਮਾਹਰ ਡਾਕਟਰ ਨੇ, ਉੱਥੇ ਡਾਕਟਰਾਂ ਦੇ ਵੱਲੋਂ ਸਹੀ ਇਲਾਜ ਹੀ ਕੀਤਾ ਗਿਆ ਹੋਵੇ, ਪਰ ਦਿਲ ਦੇ ਵਿੱਚ ਇੱਦਾਂ ਦੀਆਂ ਤੁਹਾਡੇ ਵੀ ਹੋਣਗੀਆਂ ਵੀ ਜੇ ਕਾਸ਼ ਮੇਰੀ ਬੱਚੀ ਮੇਰੇ ਕੋਲ ਹੁੰਦੀ ਤਾਂ ਮੈਂ ਕਿਸੇ ਹੋਰ ਹੌਸਪੀਟਲ ਆਪਣੇ ਹੱਥੀਂ ਉਹਦਾ ਇਲਾਜ ਕਰਵਾ ਸਕਦਾ, ਹੱਥੀਂ ਉਹਦੀ ਸੇਵਾ ਕਰ ਸਕਦਾ। ਜੇ ਉਹਨੂੰ ਵੀਕਨੈਸ, ਕਮਜ਼ੋਰੀ ਸਰੀਰ ਨੂੰ ਆਈ ਸੀਗੀ ਤਾਂ ਮੈਂ ਉਹਦੇ ਖਾਣ ਪੀਣ ਦਾ ਹੋਰ ਵਧੀਆ ਕੋਸ਼ਿਸ਼ਾਂ ਕਰ ਸਕਦਾ ਸੀ। ਲੱਗਦਾ ਹੈ ਵੀ ਇੱਥੇ ਰੋਜ਼ਗਾਰ ਦੀ ਕਮੀ ਹੈ, ਅੱਜ ਧੀ ਗਵਾਉਣੀ ਪੈ ਗਈ ਤੁਹਾਨੂੰ ਇਸ ਗੱਲ 'ਤੇ? ਬਿਲਕੁਲ ਜੀ, 100% ਸਹੀ ਆ।
ਅਗਰ ਇੱਥੇ ਰੋਜ਼ਗਾਰ ਮਿਲੇ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ? ਅਸੀਂ ਆਪਦੀਆਂ ਜ਼ਮੀਨਾਂ ਗਹਿਣੇ ਕਰ ਕਰ ਲਿਮਟਾਂ ਬਣਾ ਬਣਾ ਕਿਉਂ ਅਸੀਂ ਕਰਜ਼ਾਈ ਹੋਈਏ? ਕਿਉਂਕਿ ਇੱਥੇ ਰੁਜ਼ਗਾਰ ਹੈ ਨਹੀਂ। ਸਾਡੇ ਬੱਚਿਆਂ ਦਾ ਸਾਨੂੰ ਭਵਿੱਖ ਦਾ ਖਤਰਾ ਇੱਥੇ। ਹੁਣ ਮੈਂ ਇਹ ਵੀ ਮੇਰੇ ਬੱਚੇ ਜਿਹੜੇ ਬਾਹਰ ਹੋਰ ਸਟੂਡੈਂਟ ਬੈਠੇ ਆ, ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਦੋਂ ਕੋਈ ਤਕਲੀਫ ਹੁੰਦੀ ਆ ਤਾਂ ਆਪਦੇ ਮਾਂ-ਬਾਪ ਨੂੰ ਜ਼ਰੂਰ ਦੱਸੋ। ਪੜ੍ਹਾਈ ਨਾ ਨਿਰੀ ਦੇਖੋ, ਨਿਰਾ ਪੈਸਾ ਨਾ ਦੇਖੋ। ਜਦੋਂ ਸਰੀਰ ਕੋਈ ਐ ਕਮਜ਼ੋਰ ਜ਼ਿਆਦਾ ਜਾਂ ਕੁਛ ਆਪਾਂ ਨੂੰ ਲੱਗਦਾ ਤਾਂ ਆਪਦੇ ਇੰਡੀਆ ਆਓ, ਆਪਦੇ ਘਰੇ ਆਓ। ਕਮ ਸੇ ਕਮ ਅਸੀਂ ਤਾਂ ਆਪਦਾ ਸਕੀਏ, ਅਸੀਂ ਤੁਹਾਨੂੰ ਠੀਕ ਤੰਦਰੁਸਤ ਕਰ ਸਕੀਏ। ਇਸ ਲੋਟ ਛੁਪਾਓ ਨਾ, ਦੁੱਖ ਨਾ ਛੁਪਾਓ ਬਾਹਰ ਬੈਠ ਕੇ। ਅਸੀਂ ਮਸਾਂ ਸਾਨੂੰ ਤੋਰਦੇ ਹਾਂ। ਬਸ ਇਹੀ ਮੈਂ ਉਧਰ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਵੀ ਜ਼ਰੂਰ ਮਾਂ-ਬਾਪ ਦਾ ਵੀ ਧਿਆਨ ਰੱਖਿਆ ਕਰੋ। ਪਿੱਛੇ ਪਰਿਵਾਰ ਆ, ਕੁਛ ਦੁੱਖ ਦਾ ਜ਼ਰੂਰ ਦੱਸੋ। ਜਿਨ੍ਹਾਂ ਦੇ ਨਾਲ ਬੱਚੇ ਰਹਿੰਦੇ ਨੇ, ਜਿਵੇਂ ਬੇਸਮੈਂਟਾਂ 'ਚ 2-2 4-4 ਰਹਿੰਦੇ ਨੇ, ਹੁਣ ਉੱਥੇ ਕੀ ਹੁੰਦਾ, ਉਹੀ ਮਾਂ-ਬਾਪ, ਉਹੀ ਭੈਣ ਭਾਈ, ਉਹਨਾਂ ਦਾ ਵੀ ਆਪਦਾ ਫਰਜ਼ ਬਣਦਾ। ਕੋਈ ਬੱਚਾ ਬਿਮਾਰ ਆ ਤਾਂ ਉਹਦੇ ਪਰਿਵਾਰ ਨੂੰ ਡਿਸਕਸ ਕਰੋ, ਦੱਸੋ, ਅਤੇ ਇੱਕ ਦੂਜੇ ਦਾ ਧਿਆਨ ਰੱਖੋ ਬਾਹਰ। ਇਹੀ ਹੁਣ ਅਸੀਂ ਤਾਂ ਉਹਨਾਂ ਬੱਚਿਆਂ ਨੂੰ ਵੀ ਮੈਂ ਕਹੂੰਗਾ। ਪਰ ਪੰਜਾਬ ਗੌਰਮੈਂਟ ਸੈਂਟਰ ਨੂੰ ਕਹੂੰਗਾ ਸਾਡੇ ਨੌਕਰੀਆਂ ਖੋਲ੍ਹੋ, ਅਸੀਂ ਬਾਹਰ ਜਾ ਕੇ ਕੀ ਕਰਨਾ? ਅਸੀਂ ਤਾਂ ਇੱਧਰ ਹੀ ਰਾਜੇ ਹਾਂ। ਪਰ ਇੱਧਰੋਂ ਨੌਕਰੀਆਂ ਦੀਆਂ ਕਮੀਆਂ ਹੋਣ ਕਾਰਨ ਬੱਚੇ ਹੁਣ ਵਿਦੇਸ਼ਾਂ ਨੂੰ ਜਾ ਰਹੇ ਨੇ। ਬਹੁਤ ਹੀ ਤਰਸਯੋਗ ਹਾਲਾਤ ਹੋਏ ਪਏ ਨੇ ਸਾਡੇ ਇੱਥੇ ਬਾਹਰ ਜਾ ਕੇ। ਸੁਮਨਦੀਪ ਵੀ ਸ਼ਾਇਦ ਇਸ ਗੱਲ ਨੂੰ ਹੋ ਸਕਦਾ ਉਹਨੂੰ ਤਕਲੀਫ ਹੁੰਦੀ ਹੋਵੇ, ਤੁਹਾਡੇ ਨਾਲ ਸ਼ੇਅਰ ਨਾ ਕਰਦੀ ਹੋਵੇ। ਮੇਰਾ ਪਰਿਵਾਰ, ਮੇਰੇ ਪਿਤਾ ਜੀ, ਮੇਰੇ ਭੈਣ ਭਰਾ, ਮੇਰੀ ਮਾਂ, ਮੇਰੀ ਦਾਦੀ ਦੁਖੀ ਹੋਣਗੇ ਵੀ ਮੈਂ ਬਿਮਾਰ ਹੋਊਂਗੀ ਅਤੇ ਉਹ ਵੀ ਟੈਨਸ਼ਨ 'ਚ ਹੋਊਗੇ। ਕਈ ਵਾਰ ਬੱਚਾ ਆਪਣੇ ਅੰਦਰ ਅੰਦਰ ਹੀ ਦੁੱਖ ਨੂੰ ਜਰੀ ਜਾਂਦਾ। ਦੇਖੋ ਜੀ, ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ, ਪਰ ਹੁਣ ਮੇਰਾ ਇਹ ਦਿਲ ਮਤਲਬ ਡਰਦਾ ਵਾ। ਡਰਦੇ ਕਾਰਨ ਮੈਂ ਮਤਲਬ ਇਹ ਕਹਿ ਰਿਹਾ ਵੀ ਜਿਵੇਂ ਹੋਰ ਵੀ ਸਾਡੇ ਬੱਚੇ ਬਹੁਤ ਨੇ, ਪੰਜਾਬ ਦੇ, ਇੰਡੀਆ ਦੇ ਬੱਚੇ ਨੇ, ਵੀ ਜੇ ਕੁਛ ਦੁਖਦਾ ਤਾਂ ਕਮ ਸੇ ਕਮ ਮਾਂ ਬਾਪ ਨੂੰ ਜ਼ਰੂਰ ਦੱਸੋ। ਕੋਈ ਤਕਲੀਫ ਆਪਦੇ ਘਰੇ ਦੱਸੋ, ਨਹੀਂ ਤਾਂ ਆਪਦੇ ਫਰੈਂਡ ਸਰਕਲ 'ਚ ਦੱਸੋ। ਕੁਛ ਨਾ ਕੁਛ ਤਾਂ ਹੱਲ ਨਿਕਲਦਾ। ਕਿਉਂਕਿ ਹੁਣ ਮੇਰੀ ਬੱਚੀ ਨੂੰ ਜਿਵੇਂ ਡਾਕਟਰ ਕਹਿ ਰਹੇ ਆ 3 ਮਹੀਨੇ ਤੋਂ ਇਹ ਪ੍ਰੋਬਲਮ ਸੀ, ਪਰ ਅਸੀਂ ਇੰਡੀਆ 'ਚੋਂ ਪਤਾ ਕਰਦੇ ਹਾਂ, ਆਪਣੇ ਡਾਕਟਰ ਕਹਿ ਰਿਹਾ ਵੀ 3 ਮਹੀਨੇ ਦੀ ਤਾਂ ਇਹ ਪ੍ਰੋਬਲਮ ਹੋ ਹੀ ਨਹੀਂ ਸਕਦੀ। ਤਾਂ ਫਿਰ ਕਿਤੇ ਨਾ ਕਿਤੇ ਮੇਰਾ ਵੀ ਮਨ ਹੁੰਦਾ ਵੀ ਸ਼ਾਇਦ ਕੀ ਹੋਇਆ, ਨਹੀਂ ਮੈਨੂੰ ਪਤਾ। ਜੋ ਮੇਰੇ ਬੱਚੇ ਨਾਲ ਵਾਪਰਿਆ, ਬਸ ਬੱਚਾ ਆਪਦੇ ਸਰੀਰ 'ਤੇ ਕੱਟ ਗਿਆ, ਉਹਨੂੰ ਪਤਾ ਜਾਂ ਉਹਦੇ ਰੱਬ ਨੂੰ ਪਤਾ। ਕਿੰਨੇ ਪੈਸੇ ਲਗਾ ਕੇ ਭੇਜਿਆ ਸੀ ਸੁਮਨਦੀਪ ਨੂੰ? ਸਾਡਾ 27-28 ਲੱਖ ਰੁਪਇਆ ਲੱਗ ਗਿਆ ਬੱਚੇ ਦੀ ਪੂਰੀ ਕੰਪਲੀਟ ਪੜ੍ਹਾਈ ਦੇ ਵਿੱਚ। ਹਾਂਜੀ। ਹੁਣ ਜਿਵੇਂ ਤੁਹਾਨੂੰ ਵੀਜ਼ਾ ਮਿਲ ਵੀ ਜਾਂਦਾ ਹੈ, ਪਰਮਿਸ਼ਨ ਮਿਲ ਵੀ ਜਾਂਦੀ ਹੈ, ਔਰ ਕਰੋਨਾ ਵਾਇਰਸ ਦਾ ਜਿਸ ਤਰੀਕੇ ਦੇ ਨਾਲ ਇਹ ਸਮਾਂ ਚੱਲ ਰਿਹਾ, ਹੋ ਸਕਦਾ ਟੈਕਨੀਕਲੀ ਲੇਟ ਵੀ ਤੁਸੀਂ ਇਸੇ ਕਰਕੇ ਹੋ ਗਏ ਹੋਵੋਗੇ ਨਾ। ਅੰਬੈਸੀ ਡਿਸੀਜ਼ਨ ਲੈਣ ਦੇ ਵਿੱਚ ਸਮਾਂ ਸ਼ਾਇਦ ਤਾਂ ਹੀ ਵਧਾ ਰਹੀ ਹੈ। ਫਿਰ ਟੈਕਨੀਕਲੀ ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਇੱਥੋਂ ਜਾਂਦੇ ਆ, ਇੱਥੇ ਵੀ ਤੁਹਾਡੇ ਕੋਵਿਡ ਦੇ ਟੈਸਟ ਹੋਣਗੇ, ਫਿਰ ਉੱਥੇ ਜਾ ਕੇ ਸ਼ਾਇਦ ਤੁਹਾਨੂੰ 15 ਦਿਨ ਆਈਸੋਲੇਟ ਵੀ ਕੀਤਾ ਜਾਊਗਾ, ਕੁਆਰੰਟਾਈਨ ਵੀ ਕੀਤਾ ਜਾਊਗਾ। ਇੱਦਾਂ ਦੀਆਂ ਵੀ ਗੱਲਾਂ ਹੈਗੀਆਂ ਨੇ। ਹਾਂਜੀ, ਉਹ ਵੀ ਸਾਨੂੰ ਕਰਨਗੇ, ਸਾਨੂੰ ਪਤਾ। ਪਰ ਅਸੀਂ ਮਕਸਦ ਸਾਡੀ ਬੱਚੀ ਦੀ ਡੈੱਡ ਬੋਡੀ ਪਈ ਆ, ਅਸੀਂ ਆਪਦੀ ਬੱਚੀ ਦਾ ਅੰਤਿਮ ਸੰਸਕਾਰ ਕਰਨਾ। ਉਹਦੇ ਲਈ ਜੇ ਸਾਨੂੰ 15 ਦਿਨ ਅੰਦਰ ਵੀ ਰੱਖਣਗੇ ਅਸੀਂ ਰਹਾਂਗੇ, ਪਰ ਅਸੀਂ ਕਿਵੇਂ ਰਹਾਂਗੇ ਕੋਲੇ, ਉਹ ਵੀ ਤੁਸੀਂ ਦੇਖੋ। ਹੁਣ ਅਸੀਂ ਐਡੀ ਦੂਰ ਬੈਠੇ ਹਾਂ, ਫਿਰ ਸਾਨੂੰ ਕਮ ਸੇ ਕਮ ਇਹ ਤਾਂ ਹੋਊਗਾ ਵੀ ਇਸੇ ਸ਼ਹਿਰ ਦੇ ਵਿੱਚ ਮੇਰੀ ਬੱਚੀ ਦੀ ਡੈੱਡ ਬੋਡੀ ਆ। ਕੀ ਅਪੀਲ ਕਰਨਾ ਚਾਹੁੰਦੇ ਹੋ? ਆਖਰੀ ਸਵਾਲ ਹੈ ਮੇਰਾ। ਆਖਰੀ ਸਵਾਲ ਤਾਂ ਬਸ ਅਪੀਲ ਇਹੀ ਆ ਜੀ ਵੀ ਸਾਨੂੰ ਹੁਣ ਪਰਮਿਸ਼ਨ ਦੇ ਦਿਓ। ਬਹੁਤ ਟਾਈਮ ਹੋ ਗਿਆ, ਹੁਣ ਤਾਂ 90 ਦਿਨ ਹੋ ਗਏ ਉਡੀਕਦਿਆਂ ਨੂੰ, ਵੀ ਹੁਣ ਸਾਨੂੰ ਪਰਮਿਸ਼ਨ ਦਿਓ, ਅਸੀਂ ਆਪਦੀ ਬੱਚੀ ਦਾ ਅੰਤਿਮ ਸੰਸਕਾਰ ਕਰੀਏ। ਹੁਣ ਨੂੰ ਤਾਂ ਸਾਡੀ ਬੱਚੀ ਦਾ ਭੋਗ ਵੀ ਸਭ ਕੁਛ ਅਸੀਂ ਕਰ ਲੈਣਾ ਸੀ। ਸਾਡੇ ਤਾਂ ਮਨ ਨੂੰ ਹਜੇ ਤਸੱਲੀ ਵੀ ਨਹੀਂ ਹੁੰਦੀ ਵੀ ਸਾਡੀ ਬੱਚੀ ਦੀ ਡੈਥ ਹੋ ਗਈ, ਕਿਉਂਕਿ ਜਿੰਨਾ ਚਿਰ ਅਸੀਂ ਅੱਖੀਂ ਦੇਖੀਏ ਨਾ, ਹੱਥੀਂ ਕਰੀਏ ਨਾ, ਸਾਨੂੰ ਸਬਰ ਨਹੀਂ ਆਉਂਦਾ। ਠੱਗਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਜਿਹੜੇ ਠੱਗਾਂ ਨੇ ਸਾਡੀ ਧੀ ਦੇ ਨਾਮ 'ਤੇ ਠੱਗੀ ਮਾਰੀ ਹੈ, ਉਸਦੀ ਲਾਸ਼ ਦੇ ਉੱਤੋਂ ਪੈਸਾ ਕਮਾਇਆ, ਉਹਨਾਂ ਠੱਗਾਂ ਨੂੰ ਤਾਂ ਹੁਣ ਬਸ ਰੱਬ ਹੀ ਦੇਖੂਗਾ ਜੀ। ਮੈਂ ਤਾਂ ਇਹੀ ਕਹੂੰਗਾ ਵੀ ਰੱਬ ਦੇਖੂਗਾ, ਪਰ ਉਹਨਾਂ ਨੇ ਕੀਤਾ ਬਹੁਤ ਮਾੜਾ, ਬਹੁਤ ਹੀ ਜ਼ਿਆਦਾ ਮਾੜਾ ਕੀਤਾ ਸਾਡੇ ਨਾਲ। ਸਾਡੇ ਬੱਚੇ ਦੀ ਡੈੱਡ ਬੋਡੀ ਨਾਲ ਉਹਨਾਂ ਨੇ ਐਂ ਖਿਲਵਾੜ ਕੀਤਾ, ਉਹਦੀ ਮਰੀ ਪਈ ਦਾ ਪੈਸਾ ਕਮਾਉਣ ਲੱਗੇ ਨੇ। ਦੱਸੋ ਐਦੂ ਲਾਹਨਤ ਹੋਰ ਕੀ ਹੋਊਗੀ? ਅਸੀਂ ਤਾਂ ਦਰ ਠੋਕਰਾਂ ਖਾਂਦੇ ਹਾਂ ਵੀ ਅਸੀਂ ਬੱਚੀ ਦਾ ਅੰਤਿਮ ਸੰਸਕਾਰ ਕਰੀਏ, ਉੱਧਰ ਕੋਈ ਮਨਸੂਬੇ ਘੜ ਰਿਹਾ ਕਿ ਅਸੀਂ ਉਸ ਡੈੱਡ ਬੋਡੀ ਤੋਂ ਪੈਸਾ ਕਮਾਈਏ। ਐਸਾ ਪੈਸਾ ਰਾਸ ਨਹੀਂ ਆਉਂਦਾ। ਹੁਣ ਜਿਨ੍ਹਾਂ ਭਰਾਵਾਂ ਨੇ ਪੈਸਾ ਦਿੱਤਾ ਸੀ ਜਾਂ ਦੇਣਾ ਸੀ, ਉਹਨਾਂ ਦੀ ਵੀ ਤਾਂ ਹੱਕ ਦੀ ਕਮਾਈ ਸੀ, ਉਹਨਾਂ ਦੇ ਵੀ ਤਾਂ ਦਿਲ ਨੂੰ ਦੁੱਖ ਲੱਗਿਆ ਹੋਊਗਾ। ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਨੂੰ ਵੀ ਤਾਂ ਦੁੱਖ ਲੱਗਿਆ ਹੋਊਗਾ। ਪਰ ਅੱਗੇ ਤੋਂ ਭਰਾਵੋ ਦੇਖ ਕੇ ਦਿਆ ਕਰੋ ਵੀ ਇਹ ਸਹੀ ਜਗ੍ਹਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਲਾਹਨਤਾਂ ਪਾ ਰਹੇ ਨੇ ਅੱਜ ਇਹ ਦੁਖੀ ਪਰਿਵਾਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਲਾਸ਼ 'ਤੇ ਠੱਗੀ ਮਾਰੀ ਹੈ, ਲਾਸ਼ ਤੋਂ ਪੈਸੇ ਕਮਾਏ ਨੇ।
ਔਰ ਸ਼ਰਮਨਾਕ ਹਰਕਤ ਉਹਨਾਂ ਦੀ, ਕਾਇਰਾਨਾ ਹਰਕਤ। ਮੈਨੂੰ ਲੱਗਦਾ ਸ਼ਾਇਦ ਉਹਨਾਂ ਦੇ ਹੱਥ ਪੈਰ ਕੰਮ ਨਾ ਕਰਦੇ ਹੋਣਗੇ। ਇੱਥੇ ਪੰਜਾਬ ਦੇ ਵਿੱਚ ਅਜਿਹੇ ਲੋਕ ਵੀ ਨੇ, ਉਹ ਤਸਵੀਰਾਂ ਤੁਸੀਂ ਹਮਦਰਦ ਟੀਵੀ ਤੇ ਪਹਿਲਾਂ ਦੇਖ ਵੀ ਚੁੱਕੇ ਹੋ, ਜਿਹੜੇ ਸਰੀਰਕ ਪੱਖੋਂ ਅਸਮਰਥ ਨੇ ਚੱਲਣ ਫਿਰਨ ਦੇ ਵਿੱਚ। ਉਹ ਲੋਕ ਭੀਖ ਮੰਗਦੇ ਨੇ ਔਰ ਭੀਖ ਦੇ ਪੈਸੇ ਇਕੱਠੇ ਕਰਕੇ ਗਰੀਬ ਧੀਆਂ ਦੇ ਵਿਆਹ ਕਰਦੇ ਨੇ, ਭੁੱਖੇ ਦੇ ਮੂੰਹ ਦੇ ਵਿੱਚ ਰੋਟੀ ਪਾਉਂਦੇ ਨੇ, ਜਿਹਦਾ ਤਨ ਕੱਪੜਿਆਂ ਤੋਂ ਨੰਗਾ ਹੈ ਉਸ ਨੂੰ ਕੱਪੜੇ ਲੈ ਕੇ ਦਿੰਦੇ ਨੇ। ਰਾਜੂ ਨਾਂ ਦਾ ਇੱਕ ਭਿਖਾਰੀ ਪਠਾਨਕੋਟ ਦੇ ਵਿੱਚ ਰਹਿੰਦਾ। ਜੇ ਤੁਸੀਂ ਮਿਲਣਾ ਚਾਹੁੰਦੇ ਹੋ ਉਹਨੂੰ ਮਿਲ ਵੀ ਸਕਦੇ ਹੋ। ਔਰ ਠੱਗ ਲੋਕ ਜ਼ਰੂਰ ਮਿਲਣ, ਕਿਉਂਕਿ ਇਹ ਹੱਥਾਂ ਪੈਰ ਜਿਹੜੇ ਪਰਮਾਤਮਾ ਦੇ ਵੱਲੋਂ ਉਹਨਾਂ ਨੂੰ, ਇਹ ਦਿਮਾਗ ਜਿਹੜਾ ਪਰਮਾਤਮਾ ਦੇ ਵੱਲੋਂ ਨੂੰ ਇਸ ਗੱਲ ਦੇ ਲਈ ਬਖਸ਼ਿਸ਼ ਕੀਤੀ ਗਈ ਸੀ ਵੀ ਇਹ ਕਿਰਤ ਕਰਨਗੇ, ਕਮਾਈ ਕਰਨਗੇ। ਐਡੀ ਵਧੀਆ ਕਿਸਮਤ ਬਣਾਈ ਵੀ ਕੈਨੇਡਾ ਮੁਲਕ ਦੇ ਵਿੱਚ, ਅਮਰੀਕਾ ਮੁਲਕ ਦੇ ਵਿੱਚ ਵਸਾਏ ਵੀ ਤੁਸੀਂ ਇੱਥੋਂ ਡਾਲਰ ਕਮਾਓ, ਆਪਣੀ ਆਰਥਿਕ ਹਾਲਤ ਨੂੰ ਸੁਧਾਰੋ। ਪਰ ਇਹ ਕਾਇਰ ਲੋਕ, ਇਹ ਅੰਗਹੀਣ ਲੋਕ, ਮੈਂ ਕਹਿ ਸਕਦਾ ਇਹਨਾਂ ਨੂੰ ਦਿਮਾਗਹੀਣ ਲੋਕ ਅੱਜ ਲਾਸ਼ਾਂ ਤੋਂ ਪੈਸੇ ਕਮਾ ਰਹੇ ਨੇ। ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ। ਔਰ ਸਾਡੀ ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕੈਨੇਡੀਅਨ ਹਾਈ ਕਮਿਸ਼ਨ ਨੂੰ ਇਹੀ ਅਪੀਲ ਹੈ ਕਿ ਇਸ ਪਰਿਵਾਰ ਨੂੰ ਜਲਦ ਤੋਂ ਜਲਦ ਜਾਣ ਦੀ, ਕੈਨੇਡਾ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ, ਤਾਂ ਜੋ ਇਹ ਆਪਣੀ ਧੀ ਦੇ 3 ਮਹੀਨੇ ਬਾਅਦ ਉਸ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕਰ ਸਕਣ, ਉਸਦੇ ਅੰਤਿਮ ਦਰਸ਼ਨ ਖੁਦ ਕਰ ਸਕਣ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਪਿੰਡ ਸੱਤੋਵਾਲੀ, ਜਗਰਾਓਂ।